Hello everyone, welcome to Victor's Knowledge. This is Chinu Sharma. So today we are going to take up another important part number 5 from our important series on previous year sub-inspector question paper analysis and detailed discussion. So in this lecture we are going to take up 17th August 2021's third shift paper. ਤੇ ਅੱਜ ਦੇ ਇਸ ਪਾਰਟ 5 ਦੇ ਅੰਦਰ ਮੈਂ ਪਹਿਲੇ 50 ਕੁਐਸਚਨ ਡਿਸਕਸ ਕਰ ਰਹੀ ਹਾਂ ਤੇ ਇਹਨਾਂ ਦੇ ਵਿੱਚ ਮੇਨਲੀ ਜਿਹੜਾ ਰੀਜ਼ਨਿੰਗ ਵਾਲਾ ਪਾਰਟ ਹੈ ਉਹ ਕਵਰ ਹੋ ਰਿਹਾ and this is very important for all Punjab state as well as central level exam ਕਿਉਂਕਿ ਜਿਹੜੇ ਰੀਜ਼ਨਿੰਗ ਦੇ ਕੁਐਸਚਨ ਆਏ ਹੋਏ ਨੇ ਸਬ ਇੰਸਪੈਕਟਰ ਐਗਜ਼ਾਮ ਦੇ ਵਿੱਚ ਉਹਨਾਂ ਦਾ ਲੈਵਲ ਕਾਫੀ ਵਧੀਆ ਮੋਡਰੇਟ ਲੈਵਲ ਆ ਤੇ ਇਸੇ ਟਾਈਪ ਦੇ ਕੁਐਸਚਨਸ ਹੀ ਆਪਾਂ ਅਲੱਗ-ਅਲੱਗ ਪੇਪਰਾਂ ਦੇ ਵਿੱਚ ਐਕਸਪੈਕਟ ਕਰਦੇ ਹਾਂ Before beginning with our today's part 5, I want to share something important with you guys. So as you all know that I have launched two important courses for PSSB exam. ਇੱਕ ਕੋਰਸ ਹੈ ਵੀਡੀਓ ਕਲਰਕ ਦੇ ਲਈ ਵੀਡੀਓ ਕੋਰਸ ਇਸ ਵੀਡੀਓ ਕੋਰਸ ਦੇ ਵਿੱਚ ਤੁਹਾਨੂੰ ਰਿਕਾਰਡਡ ਲੈਕਚਰਸ ਮਿਲ ਰਹੇ ਨੇ ਤੇ ਤੁਹਾਡੇ ਕੋਲ ਇਹਨਾਂ ਦਾ ਐਕਸੈਸ ਫੁੱਲ ਟਾਈਮ ਨਹੀਂ ਰਹੂਗਾ ਤੁਹਾਨੂੰ ਇੱਕ ਡਰਾਈਵ ਫੋਲਡਰ ਦੇ ਵਿੱਚ ਸਾਰੇ ਰਿਕਾਰਡਡ ਲੈਕਚਰਸ ਮਿਲਣਗੇ ਵਿਦ ਲੇਟੈਸਟ ਅਪਡੇਟਸ ਨਾਲ ਤੁਹਾਨੂੰ ਟੈਲੀਗ੍ਰਾਮ ਪੇਡ ਗਰੁੱਪ ਦੇ ਵਿੱਚ ਐਡ ਕੀਤਾ ਜਾਊਗਾ ਉੱਥੇ ਮੈਂ ਟਾਈਮ ਟੂ ਟਾਈਮ ਫ੍ਰੀ MCQ PDF then lecture PDF complimentary notes current affair ਦੇ notes ਇਹ ਸਾਰਾ ਕੁਝ ਸ਼ੇਅਰ ਕਰਦੀ ਰਹਿੰਦੀ ਆ ਸੋ ਇਹ ਸਾਰੇ ਟੌਪਿਕਸ ਨੇ ਇਹ ਸਾਰੇ ਸਬਜੈਕਟਸ ਨੇ ਜਿਨ੍ਹਾਂ ਉੱਤੇ ਤੁਹਾਨੂੰ ਲੈਕਚਰਸ ਮਿਲ ਰਹੇ ਨੇ for PSSB video and clerk and the price is rupees 1500 if you want to buy any of these course ਤੁਸੀਂ ਇਸ below mentioned email address ਉੱਤੇ email ਭੇਜ ਸਕਦੇ ਹੋ ਉੱਥੇ ਮੈਂ ਤੁਹਾਡੇ ਨਾਲ ਪੇਮੈਂਟ ਡਿਟੇਲਸ ਸ਼ੇਅਰ ਕਰ ਦੂੰਗੀ ਨੈਕਸਟ ਕੋਰਸ ਹੈ ਐਕਸਾਈਜ਼ ਇੰਸਪੈਕਟਰ ਕੋਰਸ ਦਾ ਬਹੁਤ ਹੀ ਇੰਪੋਰਟੈਂਟ ਤੇ ਡੀਟੇਲਡ ਕੋਰਸ ਹੈ ਜਿਹੜਾ ਇਹ ਕੋਰਸ ਹੈ ਇਹਦੇ ਵਿੱਚ ਕੰਪਲੀਟਲੀ ਜਿੰਨਾ ਵੀ ਸਿਲੇਬਸ ਹੈ ਇਨਕਲੂਡਿੰਗ ਰੀਜ਼ਨਿੰਗ ਕੁਆਂਟ ਉਹਨਾਂ ਦੇ ਮੈਂ ਨੋਟਸ ਦੇ ਰਹੀ ਹਾਂ ਲੈਂਗੁਏਜ ਦੇ ਕੰਪਿਊਟਰ ਦੇ ਪੰਜਾਬ GK ਕਰੰਟ ਅਫੇਅਰ ਡੀਟੇਲਡ ਹੋ ਗਏ MCQ ਹੋ ਗਏ ਟੈਕਸੇਸ਼ਨ ਇੰਡੀਅਨ ਇਕਨੋਮੀ ਇਨਕਲੂਡਿੰਗ ਆਲ ਰੀਸੈਂਟ ਟੌਪਿਕਸ ਜਿਵੇਂ ਪੰਜਾਬ ਦਾ ਰੀਸੈਂਟ ਬਜਟ ਹੈ ਉਹਦੇ 2 ਐਕਸਕਲੂਸਿਵ ਲੈਕਚਰਸ ਆ ਰਹੇ ਨੇ ਇਸ ਕੋਰਸ ਦੇ ਅੰਦਰ then यूनियन बजट हो गया MCQ ਦੇ 5 ਕੰਪਲੀਟ ਸੈਸ਼ਨ ਲੈ ਰਹੀਆਂ ਸਿਰਫ ਔਰ ਸਿਰਫ ਟੈਕਸੇਸ਼ਨ ਤੇ ਇੰਡੀਅਨ ਇਕਨੋਮੀ ਨੂੰ ਟਾਰਗੇਟ ਕਰਕੇ ਅਰਾਊਂਡ 1000 MCQs ਕਵਰ ਕਰਾਂਗੇ ਉਹ 5 ਸੈਸ਼ਨ ਦੇ ਵਿੱਚ ਸੋ ਦੈਟ ਤੁਹਾਡੀ ਐਕਸਾਈਜ਼ ਇੰਸਪੈਕਟਰ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰੀ ਹੋ ਸਕੇ ਨੋਟਸ ਕੰਪਲੀਟ ਸਿਲੇਬਸ ਉੱਤੇ ਨੇ ਵੀਡੀਓ ਲੈਕਚਰਸ ਇਹ ਸਾਰੇ ਦੇ ਸਾਰੇ ਟੌਪਿਕਸ ਉੱਤੇ ਮਿਲ ਰਹੇ ਨੇ ਐਂਡ ਦ ਪ੍ਰਾਈਸ ਇਜ਼ ਰੁਪੀਸ 3500 ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜੇ ਤੁਸੀਂ ਇੱਕ ਕੋਰਸ ਬਾਏ ਕਰਦੇ ਹੋ ਐਕਸਾਈਜ਼ ਇੰਸਪੈਕਟਰ ਵਾਲਾ ਤਾਂ ਇਹਦੇ ਨਾਲ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਜਿੰਨੇ ਵੀ ਪੇਡ ਕੋਰਸ ਨੇ ਉਹ ਸਾਰੇ ਦੇ ਸਾਰੇ 100% ਫ੍ਰੀ ਡਿਸਕਾਊਂਟ ਉੱਤੇ ਮਿਲ ਰਹੇ ਨੇ ਸੋ ਤੁਸੀਂ ਸਿਰਫ ਇਸ ਕੋਰਸ ਨੂੰ ਜੁਆਇਨ ਕਰਨਾ ਹੈ ਇਹਦੇ ਨਾਲ ਜਿਵੇਂ ਕੋਆਪਰੇਟਿਵ ਇੰਸਪੈਕਟਰ ਦਾ ਕ੍ਰੈਸ਼ ਕੋਰਸ ਹੋ ਗਿਆ ਜਾਂ ਇਹ ਵੀਡੀਓ ਵਾਲਾ ਕੋਰਸ ਹੀ ਹੋ ਗਿਆ ਜਾਂ ਫਿਊਚਰ ਦੇ ਵਿੱਚ ਮੈਂ ਜੇ ਕੋਈ ਹੋਰ ਵੀ ਪੇਡ ਕੋਰਸ ਲਾਂਚ ਕਰੂੰਗੀ ਉਹ ਸਾਰੇ ਕੋਰਸ ਤੁਹਾਨੂੰ ਬਿਲਕੁਲ 100% ਫ੍ਰੀ ਮਿਲਣਗੇ ਸੋ ਜੇ ਤੁਸੀਂ ਇਹਨਾਂ ਚੋਂ ਕਿਸੇ ਵੀ ਕੋਰਸ ਨੂੰ ਜੁਆਇਨ ਕਰਨਾ ਜਾਂ ਤੁਹਾਨੂੰ ਕੋਈ ਹੋਰ ਡੀਟੇਲ ਜਾਣਨੀ ਹੈ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com or you can send me direct message by following Instagram page Victor's Knowledge ਸੋ ਸਭ ਤੋਂ ਪਹਿਲਾ ਹੈ ਚਾਰ ਫਿਗਰਸ ਨੇ ਆਪਾਂ ਨੂੰ ਉਰੇ ਦਿੱਤੀਆਂ ਹੋਈਆਂ ਨੇ ਆਪਾਂ ਨੇ ਦੱਸਣਾ ਕਿ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਅੱਗੇ ਸੀਰੀਜ਼ ਦੇ ਵਿੱਚ ਕਿਹੜੀ ਫਿਗਰ ਆਉਣੀ ਚਾਹੀਦੀ ਹੈ ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ 1 ਆਪਸ਼ਨ 1 ਕਿਉਂ ਰਾਈਟ ਆਨਸਰ ਹੈ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ ਉਰੇ ਦੇਖ ਸਕਦੇ ਹੋ ਕਿ ਇਹਨਾਂ ਦੀ ਪੋਜੀਸ਼ਨ ਕੀ ਜਾ ਰਹੀ ਹੈ ਸੋ ਪੋਜੀਸ਼ਨ ਹੁਣ ਇੱਧਰ ਨੂੰ ਸੀ ਐਰੋ ਦੀ ਉਸ ਤੋਂ ਬਾਅਦ ਰਾਈਟ ਨੂੰ ਹੋਗੀ ਸੋ ਹੁਣ ਦੁਬਾਰਾ ਇਸ ਟਾਈਪ ਨੂੰ ਇਹ ਘੁੰਮ ਰਹੀ ਹੈ ਸੋ ਜਿਹੜਾ ਇਹ ਐਰੋ ਹੈ ਇਹ ਉਰੇ ਆਉਣਾ ਚਾਹੀਦਾ ਇਹ ਵਾਲਾ ਨੀਚੇ ਹੁਣ ਦੂਜੀ ਚੀਜ਼ ਆਪਾਂ ਨੇ ਉਰੇ ਦੇਖਣੀ ਹੈ ਇਹ ਲਾਈਨਸ ਉਰੇ 1 ਹੈ ਉਰੇ 2 ਉਰੇ 3 ਸੋ ਅਗਲੀ ਫਿਗਰ ਵਿੱਚ ਕਿੰਨੀਆਂ ਲਾਈਨਸ ਹੋਣੀਆਂ ਚਾਹੀਦੀਆਂ ਨੇ 4 ਸੋ ਇਹਦੇ ਵਿੱਚ ਕਿੰਨੀਆਂ ਨੇ 4 1 2 3 4 ਇਸ ਲਈ ਫਰਸਟ ਆਪਸ਼ਨ ਇਜ਼ the right one next question ਹੈ in the following figure semicircle stands for ਇਸ semicircle ਦਾ ਮਤਲਬ ਹੈ brother rectangle represent ਕਰ ਰਿਹਾ father ਨੂੰ square represent ਕਰ ਰਿਹਾ uncle ਨੂੰ ਤੇ triangle grandfather ਨੂੰ ਆਪਾਂ ਨੇ ਦੱਸਣਾ ਹੈ ਵੀ ਕਿਹੜੀ ਲੈਟਰ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਅਲੱਗ-ਅਲੱਗ ਉਰੇ ਲੈਟਰਸ represent ਕਰ ਰਹੇ ਨੇ A B D C H ਜੀ ਜਿਹੜੀ represent ਕਰ ਰਹੀ ਹੈ ਇਹਨਾਂ ਚਾਰਾਂ ਨੂੰ ਮਤਲਬ ਇੱਕ ਇਹ ਜਿਹਾ ਕਾਮਨ ਏਰੀਆ ਜਿਹੜਾ ਟ੍ਰਾਇੰਗਲ ਦੇ ਵਿੱਚ ਵੀ ਆਉਂਦਾ ਹੋਵੇ ਰੈਕਟੈਂਗਲ ਵਿੱਚ ਵੀ ਸੈਮੀ ਸਰਕਲ ਵਿੱਚ ਵੀ ਸਕੁਆਇਰ ਵਿੱਚ ਵੀ ਕਿਉਂ ਕਿਉਂਕਿ ਕੁਐਸਚਨ 'ਚ ਪੁੱਛਿਆ ਜਾ ਰਿਹਾ
letter which represent brothers, uncles, fathers and grandfather. So ਉਰੇ ਹੁਣ ਜੇ ਆਪਾਂ ਦੇਖੀਏ ਤਾਂ ਜਿਹੜਾ A ਵਾਲਾ portion ਹੈ, A portion, ਇਹ ਚਾਰਾਂ ਨੂੰ represent ਕਰ ਰਿਹਾ। ਉਰੇ square ਵੀ ਆ ਰਿਹਾ, ਸੈਮੀ ਸਰਕਲ ਵੀ ਆ ਰਿਹਾ, ਟ੍ਰਾਈਐਂਗਲ ਵੀ ਆ ਰਿਹਾ, ਰੈਕਟੈਂਗਲ ਵੀ ਆ ਰਿਹਾ। ਜੇ ਤੁਸੀਂ ਕੋਈ ਵੀ ਹੋਰ ਏਰੀਆ ਦੇਖੋਗੇ, ਕਿਸੇ ਵੀ ਹੋਰ ਲੈਟਰ ਨੂੰ ਦੇਖੋਗੇ ਤਾਂ ਉੱਥੇ ਕੋਈ ਨਾ ਕੋਈ ਇੱਕ ਅੱਧੀ ਫਿਗਰ ਜ਼ਰੂਰ ਮਿਸਿੰਗ ਹੈ। ਸੋ ਸਿਰਫ ਇਹ ਪੋਰਸ਼ਨ ਹੈ ਜਿਹੜੀ ਇਹ ਚਾਰਾਂ ਨੂੰ ਆਪਣੇ ਅੰਦਰ ਲੈ ਰਹੀ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ 2A। ਨੈਕਸਟ ਹੈ ਮਿਸਿੰਗ ਟਰਮ। ਜਿਵੇਂ ਆਪਾਂ ਇਹਨਾਂ ਨੂੰ ਬਿਲਕੁਲ ਬੇਸ ਤੋਂ ਸ਼ੁਰੂ ਕਰਾਂਗੇ ਇਹਨਾਂ ਦੇ ਡਿਫਰੈਂਸ ਨੂੰ, ਤਾਂ ਤੁਸੀਂ ਦੇਖੋਗੇ ਕਿ ਇਹਨਾਂ ਜਿਹੜਾ ਆਪਸ ਦੇ ਵਿੱਚ ਜਿਹੜਾ ਡਿਫਰੈਂਸ ਆ ਰਿਹਾ ਹੈ ਉਹ ਆ ਰਿਹਾ ਹੈ नीचे जाते जाते +6 ਦਾ। सो +6 ਐਡ ਹੋ ਰਿਹਾ नीचे बेस ਦੇ ਉੱਤੇ ਇਹ ਟਰਮਸ ਬਣ ਰਹੀਆਂ ਨੇ। ਇਹਨਾਂ ਨੂੰ ਆਪਸ ਦੇ ਵਿੱਚ ਜਦੋਂ ਆਪਾਂ ਮਾਈਨਸ ਕਰਾਂਗੇ ਤਾਂ ਜਿਹੜੀ ਉਰੇ ਫਿਗਰ ਆ ਰਹੀ ਹੈ ਉਹ ਆ ਰਹੀ ਹੈ 80 ਆਪਸ਼ਨ 3। ਸੋ ਉਰੇ ਜਿਹੜਾ ਡਿਫਰੈਂਸ ਹੈ ਉਹ ਹੈ 6 ਦਾ, ਪਰ ਪਹਿਲਾਂ ਆਪਾਂ ਨੇ ਉਸ 6 ਤੱਕ ਪਹੁੰਚਣਾ ਹੈ ਜਦੋਂ ਤੱਕ ਬਰਾਬਰ ਦਾ ਡਿਫਰੈਂਸ ਨਹੀਂ ਮਿਲਦਾ। ਉਸ ਤੋਂ ਬਾਅਦ ਹੈ ਨੈਕਸਟ ਹੈ ਕੋਡਿੰਗ ਡੀਕੋਡਿੰਗ। ਮਾਈਂਡ ਦਾ A ਕੋਡ ਹੈ, ਰੈਂਪ ਦਾ A ਕੋਡ ਹੈ, ਆਪਾਂ ਨੇ ਦੱਸਣਾ ਹੈ मील ਦਾ ਕੀ ਕੋਡ ਹੈ। ਸੋ ਉਰੇ M ਦਾ ਕੋਡ ਹੈ 10। ਸੋ M ਦਾ ਕੀ ਹੋ ਗਿਆ, E ਦਾ ਕਿੱਥੇ ਕੋਡ ਹੈ। ਸੋ E ਦਾ ਆਪਾਂ ਨੂੰ ਉਰੇ ਕਿਤੇ ਵੀ ਨਹੀਂ ਮਿਲ ਰਿਹਾ, ਉਰੇ A ਦਾ ਜ਼ਰੂਰ ਮਿਲ ਰਿਹਾ ਹੈ। A ਦਾ ਹੈ 24। ਸੋ A ਦਾ ਕੀ ਹੋ ਗਿਆ 24। ਸੋ ਇਹਦੇ ਤੋਂ ਹੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਹ ਦੋ ਫਿਗਰਸ ਨੇ, ਨੰਬਰਸ ਨੇ, ਇਹ ਮਾਈਨਸ ਹੋ ਜਾਂਦੇ ਨੇ ਕਿਉਂਕਿ ਨਾ ਤਾਂ ਉਰੇ 10 ਹੈ ਤੇ ਨਾ ਹੀ ਉਰੇ 24 ਹੈ। ਸੋ ਇਹ ਦੋ ਡਿਡਕਟ ਹੋ ਗਏ। ਹੁਣ ਬਚੀਆਂ ਨੇ ਇਹ ਦੋ ਆਪਸ਼ਨ। ਇਹਨਾਂ ਦੇ ਵਿੱਚੋਂ ਜੇ ਤੁਸੀਂ ਲਾਸਟ ਤੇ ਦੇਖੋਗੇ 6 ਆਲਰੇਡੀ ਹੈ, 6 I ਦਾ ਕੋਡ ਹੈ, ਇਸੇ ਲਈ 6 ਉਰੇ ਨਹੀਂ ਹੋ ਸਕਦਾ। ਸੋ ਜਿਹੜਾ ਉਰੇ ਨੰਬਰ ਨਹੀਂ ਹੈ ਉਹ ਹੈ 9। ਸੋ ਆਪਸ਼ਨ 3 ਇਜ਼ ਦਾ ਰਾਈਟ ਆਨਸਰ। ਕਿਉਂਕਿ L ਵੀ ਉੱਪਰ ਕਿਸੇ ਵੀ ਦੋਨਾਂ ਵਰਡਸ ਦੇ ਵਿੱਚੋਂ ਨਹੀਂ ਹੈ, L ਦਾ ਵੀ ਕੋਈ ਕੋਡ ਨਹੀਂ ਹੈ, ਪਰ 6 ਦਾ ਕੋਡ ਹੈ। ਸੋ ਇਸੇ ਲਈ ਆਪਸ਼ਨ 3 ਇਹਦਾ ਰਾਈਟ ਆਨਸਰ ਹੈ। ਨੈਕਸਟ ਆਪਾਂ ਨੇ ਦੱਸਣਾ ਕਿ ਉਰੇ ਕਿਹੜੀ ਫਿਗਰ ਆ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਸ ਟਾਈਪ ਦੇ ਨਾਲ ਫਿਗਰ ਚਾਹੀਦੀ ਹੈ ਜਿਹੜਾ ਸੈਂਟਰ ਦੇ ਵਿੱਚ ਐਰੋ ਦਾ ਨਿਸ਼ਾਨ ਹੈ ਉਹ ਦੋਨਾਂ ਪਾਸੇ ਆ ਆਲੇ ਦੁਆਲੇ। ਸੋ ਸਭ ਤੋਂ ਪਹਿਲਾਂ ਤਾਂ ਆਲੇ ਦੁਆਲੇ ਆਪਣੇ ਕੋਲ ਸਰਕਲ ਹੋਣਾ ਚਾਹੀਦਾ ਹੈ। ਸੋ ਇਹ ਦੋ ਫਿਗਰ ਠੀਕ ਲੱਗ ਰਹੀਆਂ ਨੇ, ਫਰਸਟ ਤੇ ਥਰਡ ਤਾਂ ਉਰੇ ਕ੍ਰਾਸ ਹੋਊਗੀ। ਹੁਣ ਉਰੇ ਜੇ ਤੁਸੀਂ ਦੇਖੋਗੇ ਇਹ ਐਰੋ ਦਾ ਨਿਸ਼ਾਨ ਹੈ ਜਿਹੜਾ ਇਹ ਆਲੇ ਦੁਆਲੇ ਤੋਂ ਸੈਂਟਰ 'ਚ ਲਿਆ ਗਿਆ। ਸੋ ਉਰੇ ਆਲੇ ਦੁਆਲੇ ਇਸ ਟਾਈਪ ਦਾ ਨਿਸ਼ਾਨ ਹੈ, ਤਾਂ ਮਤਲਬ ਜਿਹੜੀ ਫਿਗਰ ਸਹੀ ਹੋਊਗੀ ਉਹਦੇ ਸੈਂਟਰ ਵਿੱਚ ਇਸ ਟਾਈਪ ਦਾ ਨਿਸ਼ਾਨ ਚਾਹੀਦਾ ਹੈ। ਸੋ ਇਸ ਫਿਗਰ ਤੇ ਜੇ ਆਪਾਂ ਸੈਂਟਰ ਦੇ ਵਿੱਚ ਗੱਲ ਕਰੀਏ ਚੌਥੀ ਦੇ ਤਾਂ ਸਰਕਲ ਹੈ, ਤਾਂ ਇਹ ਗਲਤ ਹੋ ਜਾਂਦੀ ਹੈ। ਸੋ ਰਾਈਟ ਆਨਸਰ ਕੀ ਹੈ, ਆਪਸ਼ਨ 2। ਅਗਲਾ ਹੈ ਆਪਾਂ ਨੇ ਉਰੇ ਸੇਮ ਰਿਲੇਸ਼ਨ ਕ੍ਰੀਏਟ ਕਰਨਾ ਹੈ ਤੇ ਉਰੇ ਜਿਹੜੇ ਦੋ ਐਰੋਜ਼ ਨੇ ਇਹਨਾਂ ਦੀ ਸਹੀ ਫਿਗਰਸ ਫਾਈਂਡ ਆਊਟ ਕਰਨੀਆਂ ਨੇ। ਸੋ ਜੇ ਆਪਾਂ ਉਰੇ ਰਿਲੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਰੇ 3 ਤੇ 90 ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ, 3 into 30। 9 ਤੇ 81 ਦਾ ਕੀ ਰਿਲੇਸ਼ਨ ਹੈ, 9 into 9 81। ਸੋ ਉਰੇ ਹੁਣ 4 into 30 ਕਿੰਨਾ ਆ ਜਾਊਗਾ, 120। ਨੈਕਸਟ ਹੈ 9 into 9, ਸੋ 16 into 16 ਕਿੰਨਾ ਆ ਜਾਊਗਾ, 256। ਸੋ ਆਪਸ਼ਨ 1 ਆਊਗਾ ਸਹੀ ਉੱਤਰ। ਸੋ ਇਸ ਤਰੀਕੇ ਨਾਲ ਤੁਸੀਂ ਨਾ ਇਹ ਰੇਸ਼ੋ ਨੂੰ ਲਿਖ ਲੈਣਾ, ਫਿਰ ਤੁਹਾਨੂੰ ਸਿੱਧਾ ਸਿੱਧਾ ਸਮਝ ਆਊਗਾ ਕਿ ਇਹਨਾਂ ਦੇ ਆਪਸ ਦੇ ਵਿੱਚ ਕੀ ਰਿਲੇਸ਼ਨ ਹੋ ਸਕਦਾ। ਸੇਮ ਸਿਮਿਲਰ ਰਿਲੇਸ਼ਨ ਤੁਸੀਂ ਫੋਲੋ ਕਰਨਾ। ਨੈਕਸਟ ਹੈ ਪਾਈ ਚਾਰਟ। ਇਸ ਕੁਐਸਚਨ ਦੇ ਵਿੱਚ ਇੱਕ ਕੰਪਨੀ ਦੀ ਗੱਲ ਹੋ ਰਹੀ ਹੈ, ਪਰਸੈਂਟੇਜ ਦੱਸੀ ਹੋਈ ਹੈ ਕਿ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ EMPLOYEES ਨੇ ਉਹ ਕੰਮ ਕਰਦੇ ਨੇ। ਟੋਟਲ EMPLOYEES ਦੀ ਗਿਣਤੀ ਆਪਾਂ ਨੂੰ ਦਿੱਤੀ ਹੋਈ ਹੈ 4500। ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਮੇਲ EMPLOYEES ਕਿੰਨੇ ਨੇ ਇਹ ਤਿੰਨ ਡਿਪਾਰਟਮੈਂਟ ਦੇ ਵਿੱਚ। ਕਿਹੜੇ ਤਿੰਨ ਡਿਪਾਰਟਮੈਂਟ ਨੇ, ਡਿਜ਼ਾਈਨ, ਕਸਟਮ ਰਿਲੇਸ਼ਨ, HR। ਤੇ ਉਰੇ ਆਪਾਂ ਨੂੰ ਦੱਸਣਾ ਹੈ ਮੇਲ ਕਿੰਨੇ ਨੇ। ਤੇ ਉਹਨਾਂ ਨੇ ਕਿਹਾ ਹਰ ਡਿਪਾਰਟਮੈਂਟ ਦੇ ਵਿੱਚ ਕੁੱਲ EMPLOYEES ਦਾ 33% ਵਿਮਨ EMPLOYEE ਹੈ। ਮਤਲਬ ਜਿਹੜੇ ਮੇਲ EMPLOYEE ਹੋਣਗੇ ਉਹ ਕੁੱਲ ਦਾ ਕਿੰਨਾ ਹੋ ਜਾਊਗਾ, 67%। ਜੇ 33% ਆਊਟ ਆਫ ਟੋਟਲ ਵਿਮਨ ਹੈ ਤਾਂ ਮੇਲ ਹੋ ਜਾਣਗੇ 67% ਮੇਲ EMPLOYEE। ਹੁਣ ਆਪਾਂ ਜੇ ਹਰ ਡਿਪਾਰਟਮੈਂਟ ਦਾ ਟੋਟਲ EMPLOYEE ਕੱਢ ਲਈਏ ਇਹ ਪਰਸੈਂਟੇਜ ਦੇ ਨਾਲ ਤਾਂ ਆਪਾਂ 67% ਤੋਂ ਫਾਈਂਡ ਆਊਟ ਕਰ ਲਾਂਗੇ ਕਿ ਕਿੰਨਾ ਕਿੰਨਾ ਨੰਬਰ ਬਣਦਾ ਹੈ। ਜਦੋਂ ਆਪਾਂ ਸੋਲਵ ਕਰਾਂਗੇ ਰਾਉਂਡ ਆਫ ਕਰਕੇ ਅਰਾਊਂਡ ਇੰਨੀਆਂ ਫਿਗਰਸ ਆ ਜਾਣਗੀਆਂ ਮੇਲ ਦੀਆਂ। ਸੋ ਇਹਨਾਂ ਨੂੰ ਜੇ ਤੁਸੀਂ ਟੋਟਲ ਕਰੋਗੇ ਤਾਂ ਤੁਹਾਡਾ ਆ ਜਾਊਗਾ 1809 ਆਪਸ਼ਨ 3। ਨੈਕਸਟ ਇੱਕ ਪਜ਼ਲ ਦੀ ਫਾਰਮ ਦਾ ਕੁਐਸਚਨ। ਜਦੋਂ ਵੀ ਤੁਹਾਨੂੰ ਪੇਪਰ 'ਚ ਇੱਕ ਪਜ਼ਲ ਦੀ ਫਾਰਮ ਦਾ ਕੁਐਸਚਨ ਆ ਗਿਆ, ਸਭ ਤੋਂ ਪਹਿਲਾਂ
ਲਾਈਨ ਵਾਈਜ਼ ਲਾਈਜ਼, ਜਿਵੇਂ ਜਿਵੇਂ ਲਾਈਨ ਪੜ੍ਹਦੇ ਜਾਂਦੇ ਹੋ ਉਵੇਂ ਉਵੇਂ ਟੇਬਲ ਇੱਕ ਬਣਾ ਕੇ, ਜੋ ਵੀ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਰਫ ਸਪੇਸ ਮਿਲੀ ਹੁੰਦੀ ਹੈ, ਟੇਬਲ ਬਣਾ ਕੇ ਉਹਦੇ 'ਚ ਉਹ ਜੋ ਵੀ ਤੁਹਾਨੂੰ ਸਟੇਟਮੈਂਟ ਦੇ ਵਿੱਚ ਇਨਫੋਰਮੇਸ਼ਨ ਹੈ ਉਹਨੂੰ ਫਿਲ ਕਰਨੀ ਸਟਾਰਟ ਕਰ ਦਿਆ ਕਰੋ। ਰਾਮ, ਵਿਨੋਦ, ਅਜੇ, ਸਚਿਨ, ਯੋਗੇਸ਼, ਸਾਜਨ, ਇਹ 6 ਨਾਮ ਨੇ, 6 ਮੈਂਬਰਸ ਨੇ ਕਿਸੇ ਕਲੱਬ ਦੇ। ਅਲੱਗ-ਅਲੱਗ ਗੇਮਸ ਖੇਡਦੇ ਨੇ, ਅਲੱਗ-ਅਲੱਗ ਸ਼ਹਿਰਾਂ ਨੂੰ ਬਿਲੋਂਗ ਕਰਦੇ ਨੇ। ਪਹਿਲਾਂ ਤਾਂ ਤੁਸੀਂ ਇਹਨਾਂ ਦੇ ਨਾਮ ਲਿਖ ਲਓ ਟੇਬਲਸ ਦੇ ਵਿੱਚ, ਯੋਗੇਸ਼ ਤੇ ਸਾਜਨ। ਹੁਣ ਆਪਣੇ ਕੋਲ ਇਨਫੋਰਮੇਸ਼ਨ ਕੀ ਹੈ? ਕੁਐਸਚਨ 'ਚ ਪੁੱਛਿਆ ਹੋਇਆ ਕਿ ਨੋਇਡਾ ਤੋਂ ਕੌਣ ਬਿਲੋਂਗ ਕਰਦਾ। ਸੋ ਇਨਫੋਰਮੇਸ਼ਨ ਦੇਖਦੇ ਹਾਂ ਆਪਾਂ, ਟੇਬਲ 'ਚ ਫਿਲ ਕਰਦੇ ਹਾਂ। ਵਿਨੋਦ ਗਾਜ਼ੀਆਬਾਦ ਤੋਂ ਹੈ। ਵਿਨੋਦ ਕਿੱਥੋਂ ਹੈ? ਗਾਜ਼ੀਆਬਾਦ ਤੋਂ। ਵਿਨੋਦ ਨਾ ਤਾਂ ਚੈਸ ਖੇਡਦਾ ਨਾ ਹਾਕੀ ਖੇਡਦਾ। ਪਰਸਨ ਜਿਹੜਾ ਚੈਸ ਖੇਡਦਾ ਉਹ ਨੋਇਡਾ ਤੋਂ ਬਿਲੋਂਗ ਨਹੀਂ ਕਰਦਾ। ਸੋ ਜੋ ਵੀ ਨੋਇਡਾ ਦਾ ਰਹਿਣ ਵਾਲਾ ਹੋਊਗਾ ਉਹ ਚੈਸ ਨਹੀਂ ਖੇਲਦਾ। ਰਾਮ ਫੁੱਟਬਾਲ ਖੇਲਦਾ ਹੈ। ਸਾਜਨ ਦਿੱਲੀ ਨੂੰ ਬਿਲੋਂਗ ਕਰਦਾ ਹੈ ਤੇ ਉਹ ਵੀ ਚੈਸ ਨਹੀਂ ਖੇਲਦਾ। ਜਿਹੜਾ ਪਰਸਨ ਬੈਡਮਿੰਟਨ ਖੇਲਦਾ ਉਹ ਫਰੀਦਾਬਾਦ ਦਾ ਰਹਿਣ ਵਾਲਾ। ਸਚਿਨ ਬਿਲੋਂਗਸ ਟੂ ਸੋਨੀਪਤ ਤੇ ਸਚਿਨ ਖੇਡਦਾ ਕ੍ਰਿਕਟ। ਅਜੇ ਬੈਡਮਿੰਟਨ ਨਹੀਂ ਖੇਲਦਾ। ਸੋ ਹੁਣ ਉਰੇ ਜੇ ਤੁਸੀਂ ਦੇਖੋਗੇ ਅਜੇ ਬੈਡਮਿੰਟਨ ਨਹੀਂ ਖੇਲਦਾ, ਠੀਕ ਹੈ, ਪਰ ਆਪਣੇ ਕੋਲ ਕੁਐਸਚਨ ਤੇ ਇੱਕ ਹੋਰ ਜਗ੍ਹਾ ਸੀ ਜਿੱਥੇ ਬੈਡਮਿੰਟਨ ਦੀ ਗੱਲ ਹੋ ਰਹੀ ਸੀ। The person who plays badminton belongs to ਫਰੀਦਾਬਾਦ। ਸੋ ਹੁਣ ਉਰੇ ਜੇ ਅਜੇ ਨਹੀਂ ਖੇਡਦਾ ਤਾਂ ਕੌਣ ਖੇਡਦਾ ਹੋ ਸਕਦਾ? ਕਿਉਂਕਿ ਬਾਕੀ ਜਗ੍ਹਾ ਤੇ ਤਾਂ ਸਿਟੀਜ਼ ਦੇ ਵੀ ਨਾਮ ਨੇ, ਯੋਗੇਸ਼। ਸੋ ਯੋਗੇਸ਼ ਬੈਡਮਿੰਟਨ ਖੇਲਦਾ ਤੇ ਇਹ ਹੋ ਗਿਆ ਫਰੀਦਾਬਾਦ ਦਾ। ਸੋ ਇੱਕ ਹੋਰ ਆਪਣੀ ਸਟੇਟਮੈਂਟ ਫਿਲ ਹੋਊਗੀ। ਹੁਣ ਆਪਾਂ ਨੇ ਨੈਕਸਟ ਦੇਖਣਾ, ਇੱਕ ਸਟੇਟਮੈਂਟ ਸੀਗੀ ਕਿ ਜਿਹੜਾ ਅਜੇ ਹੈ, ਅਜੇ ਬੈਡਮਿੰਟਨ ਨਹੀਂ ਖੇਡਦਾ, ਤਾਂ ਮਤਲਬ ਅਜੇ ਚੈਸ ਖੇਲ ਸਕਦਾ, ਕਿਉਂਕਿ ਬਾਕੀ ਜਿਵੇਂ ਵਿਨੋਦ ਹੋ ਗਿਆ, ਸਾਜਨ ਹੋ ਗਿਆ, ਇਹਨਾਂ ਦੇ ਨਾਲ ਰਿਲੇਟਡ ਆਲਰੇਡੀ ਕਲੀਅਰ ਹੋ ਚੁੱਕਿਆ ਕਿ ਉਹ ਚੈਸ ਨਹੀਂ ਖੇਲਦੇ। ਸੋ ਚੈਸ ਕੌਣ ਖੇਡਦਾ? ਅਜੇ। ਤੇ ਇੱਕ ਹੋਰ ਲਾਈਨ ਸੀ ਕਿ ਜਿਹੜਾ ਪਰਸਨ ਚੈਸ ਖੇਡਦਾ ਉਹ ਨੋਇਡਾ ਨੂੰ ਬਿਲੋਂਗ ਨਹੀਂ ਕਰਦਾ। ਹੁਣ ਮਤਲਬ ਨੋਇਡਾ ਨੂੰ ਕੌਣ ਬਿਲੋਂਗ ਕਰਦਾ? ਸਿਰਫ ਇੱਕ ਜਾਣਾ ਰਹਿ ਗਿਆ, ਰਾਮ। ਸੋ ਕੁਐਸਚਨ ਦਾ ਆਪਾਂ ਨੂੰ ਆਨਸਰ ਮਿਲ ਗਿਆ, ਨੋਇਡਾ ਤੋਂ ਬਿਲੋਂਗ ਕਰਦਾ ਹੈ ਰਾਮ, ਆਪਸ਼ਨ 4। ਅਗਲਾ ਕੁਐਸਚਨ ਹੈ ਐਨਾਲੋਗੀ ਦਾ, ਇੱਕ ਰਿਲੇਸ਼ਨ ਬਣਾਉਣਾ। ਹੀਲੀਅਮ ਤੇ ਐਲੂਮੀਨੀਅਮ ਕੀ ਹੈ? ਸੋ ਇਹ ਇੱਕ ਐਲੋਏ ਹੈ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਇਹ ਜਿਹਾ ਮੈਟਲ ਹੈ, ਐਲੀਮੈਂਟ ਹੈ, ਜਿਹਦੇ ਨਾਲ ਉਹਦੇ ਐਲੋਏ ਦਾ ਰਿਲੇਸ਼ਨ ਦੱਸਿਆ ਜਾ ਰਿਹਾ? ਸੋ ਉਹ ਹੈ ਆਪਸ਼ਨ 1 ਬ੍ਰਾਸ ਤੇ ਕਾਪਰ। ਜਿਵੇਂ ਐਲੂਮੀਨੀਅਮ ਹਿੰਡੇਲੀਅਮ ਐਲੋਏ ਦਾ ਇੱਕ ਪਾਰਟ ਹੁੰਦਾ ਹੈ, ਉਸੇ ਤਰ੍ਹਾਂ ਕਾਪਰ ਬ੍ਰਾਸ ਦਾ ਪਾਰਟ ਹੁੰਦਾ ਹੈ। ਸੋ ਆਪਸ਼ਨ 1 ਇੱਕ ਸਹੀ ਰਿਲੇਸ਼ਨ ਡਿਪਿਕਟ ਕਰ ਰਿਹਾ ਹੈ। अगला क्वेश्चन है, a television company provide 5 different models of LED TV. Sale of these 5 model during 2019-20 इस बार ग्राफ शो की हुई है। सेल क्वेश्चन है पूरी फुल HD LED TV 2020 कितनी ज्यादा सेल सी ਇਹਦੀ। ਪਹਿਲਾਂ ਤੁਸੀਂ ਉਰੇ ਫਟਾਫਟ ਫਿਗਰ ਵਿੱਚ ਦੇਖੋ ਕਿ ਫੁੱਲ HD LED ਕਿੱਥੇ ਹੈ। ਸੋ ਇਹ ਲਾਸਟ ਵਿੱਚ ਹੈ। ਉਰੇ ਵੀ ਹੁਣ ਰੈੱਡ ਦੇ ਵਿੱਚ 2020 ਦਾ ਹੈ, ਬਲੂ ਦੇ ਵਿੱਚ 2019। ਆਪਾਂ ਨੂੰ ਕੁਐਸਚਨ 'ਚ ਕਿਹਾ ਗਿਆ 2020 ਦਾ, ਮਤਲਬ ਜਿਹੜੀ ਰੈੱਡ ਵਾਲੀ ਫਿਗਰ ਹੈ that is 975। ਕਿੰਨੇ ਪਰਸੈਂਟ ਜ਼ਿਆਦਾ ਸੇਲ ਹੈ 2019 ਚ ਜਿੰਨੀ ਸੇਲ ਹੋਈ HD ਸਮਾਰਟ ਰੈਡੀ ਦੀ? ਸੋ ਇਹ 756। ਇਹ ਹੋਈ ਹੈ 2019 ਚ, ਇਹ ਹੋਈ ਹੈ 2020 ਚ, ਜਿਹੜੇ ਆਪਾਂ ਨੂੰ ਕੈਟਾਗਰੀ ਦੀ ਟੀਵੀ ਦੀ ਕਹੀ ਹੈ। ਸੋ ਜਦੋਂ ਵੀ ਆਪਾਂ ਨੇ ਇਸ ਟਾਈਪ ਦੇ ਨਾਲ ਕੋਈ ਕੁਐਸਚਨ ਸੋਲਵ ਕਰਨਾ ਹੈ, ਪਹਿਲੀ ਚੀਜ਼ ਤਾਂ ਜ਼ਿਆਦਾ ਪੁੱਛਿਆ ਤਾਂ ਆਪਾਂ ਮਾਈਨਸ ਕਰ ਦਾਂਗੇ। 975 ਚੋਂ 756 ਮਾਈਨਸ ਕੀਤਾ, ਬਚਿਆ 219। ਹੁਣ ਡਿਵਾਈਡ ਕਿਹਦੇ ਨਾਲ ਕਰਨਾ? ਉਸ ਨੰਬਰ ਦੇ ਨਾਲ ਡਿਵਾਈਡ ਕਰਨਾ ਹੈ ਜਿਹਦੇ ਤੋਂ ਜ਼ਿਆਦਾ ਪੁੱਛਿਆ ਹੋਵੇ, ਜਿਹੜਾ ਤੁਹਾਨੂੰ ਕੁਐਸਚਨ ਦੇ ਵਿੱਚ ਬਾਅਦ ਵਿੱਚ ਫਿਗਰ ਆਉਂਦੀ ਆ। ਸੋ ਉਰੇ ਬਾਅਦ ਵਿੱਚ ਗੱਲ ਹੋ ਰਹੀ ਹੈ ਇਹ 756 ਵਾਲੇ ਨੰਬਰ ਦੀ। ਸੋ ਉਹਦੇ ਨਾਲ ਆਪਾਂ ਡਿਵਾਈਡ ਕਰਾਂਗੇ। ਇਹ ਬਹੁਤ ਵਾਰੀ ਸਟੂਡੈਂਟਸ ਕਨਫਿਊਜ਼ ਹੁੰਦੇ ਨੇ, ਬਹੁਤ ਵਾਰੀ ਉਰੇ 975 ਨਾਲ ਡਿਵਾਈਡ ਕਰਨ ਲੱਗਦੇ ਨੇ। ਮੈਂ ਰਿਪੀਟ ਕਰਦੀ ਹਾਂ, ਇੱਕ ਛੋਟੀ ਜਿਹੀ ਟ੍ਰਿਕ ਹੈ। ਕੁਐਸਚਨਸ ਤੁਹਾਨੂੰ ਜਿਹੜੀ ਚੀਜ਼ ਉਹਨਾਂ ਨੇ ਬਾਅਦ ਵਿੱਚ ਦਿੱਤੀ ਹੋਈ ਹੈ, ਜਿਹਦੇ ਨਾਲੋਂ ਜ਼ਿਆਦਾ ਪੁੱਛੀ ਹੋਈ ਹੈ ਸੇਲ, ਉਹਦੇ ਨਾਲ ਡਿਵਾਈਡ ਕਰਨਾ ਹੈ। ਸੋ ਜਦੋਂ ਆਪਾਂ ਇਹਨੂੰ ਡਿਵਾਈਡ ਕਰਾਂਗੇ ਤਾਂ ਉਰੇ ਆਊਗੀ ਫਿਗਰ 28.96 ਤੇ ਕੁਐਸਚਨ 'ਚ ਪਹਿਲਾਂ ਹੀ ਕਿਹਾ ਹੋਇਆ ਕਿ ਰਾਉਂਡ ਆਫ ਕਰਕੇ ਦੱਸ ਦਿਓ। ਸੋ 28.96 ਬਣ ਗਿਆ 29%, ਆਪਸ਼ਨ 2। ਜੇ 7ਵਾਂ ਦਿਨ ਕਿਸੇ ਮਹੀਨੇ ਦਾ 7th day of the month is 3 days before Friday,
7th day of the month is 3 days before Friday. So Friday तो 3 दिन पहला, मतलब 7वां दिन की हो गया Tuesday. Friday तो जो ਆਪਾਂ 3 दिन पहला देखते हैं Tuesday ਹੁੰਦਾ. ਇੱਕ ਵੀਕ ਦੇ ਵਿੱਚ 7 ਦਿਨ ਹੁੰਦੇ ਨੇ. ਨੈਕਸਟ ਹੈ 19ਵਾਂ ਦਿਨ ਕੀ ਹੋਊਗਾ. ਸੋ ਜੇ ਆਪਾਂ 7th ਡੇ ਨੂੰ ਟਿਊਜ਼ਡੇ ਕਹਿ ਰਹੇ ਆ ਤਾਂ ਇੱਕ ਅਗਲਾ ਹਫਤਾ ਆਪਾਂ ਉਰੇ ਕਰ ਲੈਣੇ ਆ 14 ਦਿਨ. 14ਵੇਂ ਦਿਨ ਕੀ ਹੋਊਗਾ 7 + 7 ਦੁਬਾਰਾ ਤੋਂ ਟਿਊਜ਼ਡੇ. ਹੁਣ 14 ਪਲੱਸ ਜੇ ਆਪਾਂ 5 ਕਰ ਦਈਏ 5 ਦਿਨ ਤਾਂ ਆਪਣੇ ਕੋਲ 19ਵਾਂ ਦਿਨ ਆ ਜਾਊਗਾ. ਸੋ ਟਿਊਜ਼ਡੇ ਚ ਜੇ ਆਪਾਂ 5 ਦਿਨ ਐਡ ਕਰਦੇ ਆ ਤਾਂ ਡੇ ਬਣਦਾ ਸੰਡੇ. ਵੈਰੀ ਸਿੰਪਲ, ਆਪਸ਼ਨ 2 ਇਜ਼ ਦ ਰਾਈਟ ਆਨਸਰ. ਇੱਕ ਫੈਮਿਲੀ ਆ ਉਹਦੇ ਚ 5 ਮੈਂਬਰ ਨੇ, ਦ੍ਰਿਸ਼ਟੀ, ਸ੍ਰਿਸ਼ਟੀ, ਮਿਸ਼ਟੀ, ਵਰੁਣ ਤੇ ਧਵਨ. ਵਰੁਣ ਹੈ ਜਿਹੜਾ ਦ੍ਰਿਸ਼ਟੀ ਦਾ ਹਸਬੈਂਡ ਹੈ, ਦ੍ਰਿਸ਼ਟੀ ਦਾ ਹਸਬੈਂਡ ਹੈ ਵਰੁਣ, ਤੇ ਦ੍ਰਿਸ਼ਟੀ ਦੀਆਂ ਦੋ ਭੈਣਾਂ ਨੇ ਸ੍ਰਿਸ਼ਟੀ ਤੇ ਮਿਸ਼ਟੀ. ਦ੍ਰਿਸ਼ਟੀ ਕੱਲੀ ਵਿਆਹੀ ਹੋਈ ਫੀਮੇਲ ਹੈ, ਮੈਰਿਡ ਫੀਮੇਲ ਹੈ ਪਰਿਵਾਰ ਦੀ. ਧਵਨ ਹੈ ਸਿੰਗਲ ਪੇਰੈਂਟ ਹੈ ਆਪਣੀਆਂ 3 ਡਾਟਰਸ ਦਾ. ਧਵਨ ਇਜ਼ ਦ ਸਿੰਗਲ ਪੇਰੈਂਟ ਆਫ ਹਿਸ 3 ਡਾਟਰ. ਸੋ ਧਵਨ ਪੇਰੈਂਟ ਹੈ. ਸੋ ਇਸ ਫੈਮਿਲੀ ਦੇ ਵਿੱਚ 3 ਡਾਟਰਸ ਕਿਹੜੀਆਂ ਨੇ, ਦ੍ਰਿਸ਼ਟੀ, ਸ੍ਰਿਸ਼ਟੀ, ਮਿਸ਼ਟੀ. ਕੁਐਸਚਨ ਹੈ ਧਵਨ ਦ੍ਰਿਸ਼ਟੀ ਨਾਲ ਕਿਵੇਂ ਰਿਲੇਟਡ ਹੈ. ਸੋ ਪੇਰੈਂਟ ਹੈ, ਫਾਦਰ ਹੈ. ਆਪਸ਼ਨ 1 ਇਜ਼ ਦ ਰਾਈਟ ਆਨਸਰ. Select the missing term in the following series. Missing term ਬਹੁਤ ਹੀ ਸਿੰਪਲ ਹੈ. ਉਰੇ ਸਭ ਤੋਂ ਪਹਿਲਾਂ ਜਿਹੜਾ ਫਰਸਟ ਅਲਫਾਬੈਟ ਹੈ ਇਹਦੇ ਤੋਂ ਹੀ ਪਤਾ ਚੱਲ ਜਾਂਦਾ 2 ਦਾ ਡਿਫਰੈਂਸ ਹੈ. A B C ਛੱਡ ਕੇ D E F ਛੱਡ ਕੇ G H I ਛੱਡ ਕੇ J. ਆਪਸ਼ਨ 2 is the right answer. 4 ਨੰਬਰ ਪੇਅਰ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚੋਂ 3 ਸੇਮ ਨੇ, ਇੱਕ ਅਲੱਗ ਆ. ਉਹ ਅਲੱਗ ਕਿਹੜਾ ਆਪਾਂ ਨੇ ਉਹ ਦੱਸਣਾ ਹੈ. ਸੋ ਇਹਨਾਂ ਦੇ ਵਿੱਚੋਂ ਚੌਥਾ ਅਲੱਗ ਹੈ ਕਿਉਂਕਿ ਜਿਹੜੇ ਇਹ ਤਿੰਨੋਂ ਨੇ ਇਹ ਆਪਸ ਦੇ ਵਿੱਚ ਸਾਰੇ 7 ਤੇ ਡਿਵਾਈਡ ਹੋ ਰਹੇ ਨੇ. 16 7 112, 17 7 119, 21 ਨੂੰ ਜੋ 7 ਨਾਲ ਮਲਟੀਪਲਾਈ ਕਰਦੇ ਆ 147, 26 ਤੇ 156 ਆਡ ਹੈ. ਕਿਉਂ? ਕਿਉਂਕਿ 26 7 ਦਾ 156 ਨਹੀਂ ਹੁੰਦਾ, 26 6 ਦਾ 156 ਹੁੰਦਾ. ਸੋ ਇਹ ਹੋ ਗਿਆ ਆਡ. ਆਪਸ਼ਨ 4 ਇਹਦਾ ਰਾਈਟ ਆਨਸਰ ਹੈ. ਅਗਲਾ ਕੁਐਸਚਨ ਵੀ ਸੇਮ ਹੈ, ਉਰੇ ਵੀ ਆਪਾਂ ਨੇ ਆਡ ਦੱਸਣਾ. ਉਰੇ ਜਿਹੜੇ 3 ਪੇਅਰ ਨੇ ਪਹਿਲਾ, ਤੀਜਾ, ਚੌਥਾ, ਇਹ ਇਹਨਾਂ ਰਾਈਟ ਸਾਈਡ ਦੇ ਗਿਵਨ ਨੰਬਰਸ ਦੇ ਪਰਫੈਕਟ ਕਿਊਬ ਨੇ. 8 ਦਾ ਕਿਊਬ 512, 8 × 8 × 8 512, 13 ਦਾ ਕਿਊਬ 2197, 4913, 17 ਦਾ ਕਿਊਬ. ਇਹ ਗਲਤ ਹੈ. ਆਪਸ਼ਨ 2 ਆਡ ਹੈ ਕਿਉਂਕਿ 216 7 ਦਾ ਕਿਊਬ ਨਹੀਂ ਹੁੰਦਾ, 216 ਹੁੰਦਾ 6 ਦਾ ਕਿਊਬ. ਸੋ ਇਸ ਲਈ ਆਪਸ਼ਨ 2 ਗਲਤ ਹੈ. ਦਿਸ ਇਜ਼ ਆਡ. ਅਗਲਾ ਦੁਬਾਰਾ ਤੋਂ ਡੇਟਾ ਇੰਟਰਪ੍ਰੀਟੇਸ਼ਨ ਦਾ ਕੁਐਸਚਨ ਹੈ. Table shows the employee retention percentage of 4 company in the past 4 year. ਆਪਾਂ ਨੇ ਦੱਸਣਾ ਹੈ ਕਿ ਕਿਹੜੀ ਕੰਪਨੀ ਹੈ ਜਿਹਦੇ ਅੰਦਰ EMPLOYEES ਹਰ ਸਾਲ ਵੱਧਦੇ ਹੀ ਜਾ ਰਹੇ ਨੇ, increasing year on year. ਸੋ ਇਹ ਦੇਖਣ ਸਾਰ ਪਤਾ ਚੱਲ ਰਿਹਾ ਕਿ ਜਿਹੜੀ MNO ਕੰਪਨੀ ਹੈ ਉਹਦੇ EMPLOYEES ਹਰ ਸਾਲ ਵੱਧਦੇ ਜਾ ਰਹੇ ਨੇ. ਜੇ XYZ ਦੀ ਗੱਲ ਕਰੋ ਤਾਂ ਉਰੇ ਘਟ ਗਏ, ਉਸ ਤੋਂ ਬਾਅਦ ਇਹਦੇ ਉਰੇ ਘਟ ਗਏ, ਇਹਦੇ ਉਰੇ ਘਟ ਗਏ. ਸੋ ਸਿਰਫ MNO ਕੰਪਨੀ ਹੈ ਜਿਹਦੇ ਸਿਰਫ ਔਰ ਸਿਰਫ EMPLOYEES ਪੋਜ਼ਿਟਿਵ ਰੇਟ ਤੇ ਵੱਧਦੇ ਹੀ ਜਾ ਰਹੇ ਹੈ. ਸੋ ਆਪਸ਼ਨ 2 ਇਜ਼ ਦ ਰਾਈਟ ਆਨਸਰ. ਅਗਲਾ ਕੁਐਸਚਨ ਹੈ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਕਿਹੜੀ ਆਪਸ਼ਨ ਗਲਤ ਹੈ, ਕਿਹੜਾ ਨੰਬਰ ਹੈ ਜਿਹੜਾ ਇਹਨਾਂ ਸੀਰੀਜ਼ ਦੇ ਵਿੱਚ ਗਲਤ ਲਿਖਿਆ ਹੋਇਆ ਹੈ, ਜਿਹੜਾ ਇਸ ਸੀਰੀਜ਼ ਨੂੰ ਬਿਲੋਂਗ ਨਹੀਂ ਕਰਦਾ. ਜਦੋਂ ਤੁਸੀਂ ਇਸ ਸੀਰੀਜ਼ ਨੂੰ ਸੋਲਵ ਕਰਨ ਲੱਗੋਗੇ ਇਹ ਸਾਰੇ ਆਪਸ ਦੇ ਵਿੱਚ 3 ਦੇ ਨਾਲ ਮਲਟੀਪਲਾਈ ਹੋ ਰਹੇ ਨੇ. 1 × 3 3, ਉਰੇ ਮਾਈਨਸ ਨੂੰ ਤੁਸੀਂ ਇਗਨੋਰ ਕਰ ਸਕਦੇ ਹੋ. 9 × 3 27, 27 × 3 81, 81 × 3 243, 243 × 3 729, 729 × 3 is equal to 2157. ਸੋ ਸੌਰੀ 87. ਸੋ ਜਿਹੜਾ ਉਰੇ 83 ਹੈ ਇਹ ਜਗ੍ਹਾ ਤੇ 7 ਆਉਣਾ ਚਾਹੀਦਾ ਸੀ, ਇਸ ਲਈ ਫਰਸਟ ਆਪਸ਼ਨ ਗਲਤ ਹੈ. Select the term that will come next in the following series. So ਜੇ ਤੁਸੀਂ ਇਸ ਸੀਰੀਜ਼ ਨੂੰ ਦੇਖੋਗੇ ਤਾਂ ਉਰੇ A B C ਪਿੱਛੋਂ ਤੋਂ ਘਟ ਰਿਹਾ Z Y. ਸੋ Y ਤੋਂ ਪਹਿਲਾਂ ਕੀ ਆਊਗਾ X. ਸੋ ਉਰੇ ਅੱਗੇ ਆਉਣਾ ਚਾਹੀਦਾ X. ਆਪਸ਼ਨ 4. Next again data interpretation ਦਾ question ਹੈ. Following table give details of product manufactured and sold in 1000 by a company.
Balance was of manufactured and sold tab in the year 1999, ਸਾਲ 1999 ਇਹ ਹੈ। ਉਰੇ ਆਉਂਦੇ ਆਉਂਦੇ ਮੈਨੂਫੈਕਚਰਡ ਤੇ ਸੋਲਡ ਟੈਬ ਦਾ ਬੈਲੈਂਸ ਕੀ ਰਹਿ ਗਿਆ। ਇਹਦੇ ਲਈ ਉਰੇ ਤੱਕ ਟੋਟਲ ਮੈਨੂਫੈਕਚਰਡ ਟੈਬ ਮਾਈਨਸ ਟੋਟਲ ਸੋਲਡ ਟੈਬ ਜਿੰਨਾ ਆਊਗਾ ਡਿਫਰੈਂਸ ਉਹ ਹੋਊਗਾ ਆਪਣਾ ਰਾਈਟ ਆਂਸਰ। ਆਪਸ਼ਨ 1 ਇਜ਼ ਦ ਰਾਈਟ ਆਂਸਰ। ਸੋ ਇਹਦਾ ਟੋਟਲ ਕਰਕੇ ਬਣ ਰਿਹਾ 1576 ਤੇ ਉਹਦਾ ਬਣ ਰਿਹਾ 384। Equation is related to this same way. Personnel is related to this. ਹੁਣ ਜਿਹੜਾ ਇਹ ਕੁਐਸਚਨ ਹੈ ਥੋੜਾ ਜਿਹਾ ਟੈਕਨੀਕਲ ਹੈ, ਹੋ ਸਕਦਾ ਤੁਸੀਂ ਕਿਸੇ ਹੋਰ ਟ੍ਰਿਕ ਨਾਲ ਵੀ ਇਹਨੂੰ ਸੋਲਵ ਕਰ ਲਓ, ਪਰ ਉਰੇ ਜੇ ਆਪਾਂ ਦੇਖੀਏ ਤਾਂ ਜਦੋਂ ਆਪਾਂ ਇਕੁਏਸ਼ਨ ਦੇ ਨੰਬਰਸ ਦਾ ਸਮ ਕਰਦੇ ਹਾਂ ਐਲਫਾਬੈਟਿਕਲੀ ਕਿ ਇੰਗਲਿਸ਼ ਦੇ ਐਲਫਾਬੈਟਸ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਆਉਂਦੇ ਨੇ, ਜਿਵੇਂ E 5ਵੇਂ ਨੰਬਰ ਤੇ ਆਉਂਦਾ, A 1 ਤੇ ਆਉਂਦਾ, ਜਦੋਂ ਆਪਾਂ ਇਹਨਾਂ ਦੇ ਸਮ ਨੂੰ ਟੋਟਲ ਕਰਦੇ ਹਾਂ ਤਾਂ ਇਹਨਾਂ ਦਾ ਟੋਟਲ ਬਣ ਰਿਹਾ 102 ਤੇ ਇਹਨਾਂ ਦਾ ਟੋਟਲ ਬਣ ਰਿਹਾ 114। ਹੁਣ ਜਦੋਂ ਆਪਾਂ A ਨੂੰ ਦੇਖਦੇ ਹਾਂ ਤਾਂ ਇਹਦਾ ਟੋਟਲ ਬਣ ਰਿਹਾ 100, ਮਤਲਬ ਕਿ ਉਰੇ ਕੀ ਹੋ ਰਿਹਾ 2 ਘਟ ਰਿਹਾ। ਜੇ ਇਹਨਾਂ ਸਾਰਿਆਂ 'ਚ ਤੁਸੀਂ ਕੋਈ ਵੀ ਆਪਸ਼ਨ ਦੇਖੋਗੇ ਤੁਹਾਨੂੰ ਕਿਤੇ ਵੀ ਨਾਲ ਰਿਲੇਟਡ ਨਹੀਂ ਮਿਲੂਗੀ, ਸਿਰਫ ਜਿਹੜੀ ਫਰਸਟ ਆਪਸ਼ਨ ਹੈ ਉਹਦੇ 'ਚ 2 ਐਡ ਹੋ ਰਿਹਾ ਕੋਡਿੰਗ ਦੇ ਵਿੱਚ, ਉਰੇ ਮਾਈਨਸ ਹੋ ਰਿਹਾ ਸੀ। ਸੋ ਇਹਦੇ ਜਦੋਂ ਆਪਾਂ ਐਲਫਾਬੈਟਸ ਟੋਟਲ 'ਚ 2 ਐਡ ਕਰਦੇ ਹਾਂ ਤਾਂ 116 ਜੋੜ ਬਣਨਾ ਚਾਹੀਦਾ। ਸੋ ਇਹ 116 ਟੋਟਲ ਬਣ ਰਿਹਾ ਆਪਸ਼ਨ 1 ਦਾ। ਸੋ ਦਿਸ ਇਜ਼ ਰਾਈਟ ਆਂਸਰ। ਅਗਲਾ ਹੈ ਸਿਲੈਕਟ ਦ ਟਰਮ that will come next। ਇਹ ਬਹੁਤ ਹੀ ਸਿੰਪਲ ਹੈ, ਸਿੱਧਾ ਸਿੱਧਾ ਕੰਜ਼ੈਕਟਿਵ ਬਿਨਾ ਕਿਸੇ ਸਪੇਸ ਛੱਡੇ ਐਲਫਾਬੈਟਸ ਨਾਲ ਨਾਲ ਦੱਸੇ ਹੋਏ ਨੇ MNOPIJKL। ਸੋ ਆਪਸ਼ਨ 2। ਅਗਲਾ ਕੁਐਸਚਨ ਹੈ the question below consists of a question and ਦੋ ਸਟੇਟਮੈਂਟ ਨੇ। ਕੁਐਸਚਨ ਹੈ ਕਿ ਇੱਕ ਰੋ ਹੈ ਉਹਦੇ ਚ 5 ਜਾਣੇ ਖੜੇ ਨੇ, ਆਪਾਂ ਨੇ ਦੱਸਣਾ ਕਿ ਮਿਡਲ ਦੇ ਵਿੱਚ ਕੌਣ ਹੈ। ਜਿਹੜਾ S ਹੈ ਉਹ ਇਮੀਡੀਏਟ ਰਾਈਟ ਹੈ T ਦੇ, T ਤੋਂ ਬਿਲਕੁਲ ਇਮੀਡੀਏਟਲੀ ਰਾਈਟ ਹੈ S, ਤੇ ਜਿਹੜਾ Q ਹੈ ਉਹ T ਦੇ ਲੈਫਟ ਹੈ। Q is at the extreme left, Q ਸਭ ਤੋਂ ਸਟਾਰਟਿੰਗ ਵਿੱਚ ਹੈ। ਸੋ ਹੁਣ ਟੋਟਲ 5 ਜਾਣਿਆਂ ਦੀ ਇੱਕ ਲਾਈਨ ਹੈ। ਕੁਐਸਚਨ ਹੈ ਕਿ ਸਭ ਤੋਂ ਮਿਡਲ ਵਿੱਚ ਕੌਣ ਆ। ਸੋ ਆਪਾਂ ਜੇ ਦੋਨਾਂ ਸਟੇਟਮੈਂਟ ਨੂੰ ਇਕੱਠਾ ਪੜ੍ਹਦੇ ਹਾਂ ਤਾਂ ਆਪਣੇ ਕੋਲ ਆਨਸਰ ਆ ਜਾਂਦਾ ਮਿਡਲ ਵਿੱਚ S ਹੀ ਰਹੂਗਾ, ਚਾਹੇ ਅੱਗੇ P ਆ ਜਾਵੇ R ਆ ਜਾਵੇ, ਕਿਤੇ ਦੋਨੋਂ R ਉਰੇ ਆ ਜਾਏ P ਉਰੇ ਆ ਜਾਏ, that does not matter to us। ਕੁਐਸਚਨ ਕੀ ਪੁੱਛ ਰਿਹਾ ਉਹਦਾ ਆਨਸਰ ਆਪਾਂ ਨੂੰ ਇਹ ਦੋ ਸਟੇਟਮੈਂਟਸ ਦੇ ਰਹੀਆਂ ਨੇ। ਸੋ ਜੇ ਇਹ ਦੋਨੋਂ ਸਟੇਟਮੈਂਟ ਨੂੰ ਆਪਾਂ ਇਕੱਠੇ ਪੜ੍ਹੀਏ, ਇਹਨਾਂ ਦੋਨਾਂ ਦਾ ਡੇਟਾ ਇਕੱਠੇ ਚੱਕੀਏ ਤਾਂ ਹੀ ਆਪਾਂ ਇਸ ਕੁਐਸਚਨ ਦਾ ਆਨਸਰ ਕੱਢ ਸਕਦੇ ਹਾਂ। ਸੋ ਆਪਸ਼ਨ 1 ਬਿਲਕੁਲ ਸਹੀ ਹੈ। if the data in both statement is taken together then only we can answer the question। in the following question select the number from given option। ਉਰੇ ਕੀ ਆਊਗਾ। ਸੋ ਉਰੇ ਆ ਰਿਹਾ ਸਾਰਿਆਂ ਦਾ ਟੋਟਲ 5 + 6 11, 6 + 7 13, 7 + 8 15, ਇਹਨਾਂ ਦਾ ਜੋੜ 24, 13 + 15 ਦਾ 28, 24 + 28 ਦਾ ਕੁੱਲ ਹੁੰਦਾ 52। ਆਪਸ਼ਨ 3 ਇਜ਼ ਦ ਰਾਈਟ ਆਂਸਰ। ਅਗਲਾ ਕੁਐਸਚਨ ਹੈ ਆਪਾਂ ਨੇ ਸੈਂਟਰਲ ਐਂਗਲ ਕੱਢਣਾ ਆਫ ਦ ਸਟੂਡੈਂਟ ਜਿਨ੍ਹਾਂ ਨੇ ਡਾਇਗਰਾਮੈਟਿਕ ਟੈਸਟ ਦੇ ਵਿੱਚ ਫੇਲ ਹੋਏ ਨੇ। ਸਭ ਤੋਂ ਪਹਿਲਾਂ ਤਾਂ ਉਰੇ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਸੈਕਟਰ ਕੱਢਣ ਦਾ। ਜੇ ਤੁਹਾਨੂੰ ਫਾਰਮੂਲਾ ਪਤਾ ਹੈ ਤਾਂ ਤੁਹਾਡਾ ਕੁਐਸਚਨ ਉੱਥੇ ਹੀ ਸੋਲਵ ਹੋ ਜਾਂਦਾ। ਫਾਰਮੂਲਾ ਕੱਢਣ ਦਾ ਤਰੀਕਾ ਹੈ ਜਿੰਨੀ ਪਰਸੈਂਟੇਜ ਗਿਵਨ ਆ, ਜਿਸ ਏਰੀਆ ਦਾ ਆਪਾਂ ਨੂੰ ਪੁੱਛਿਆ ਹੋਇਆ ਸੈਕਟਰ, ਉਹਦੀ ਪਰਸੈਂਟੇਜ ਅਪਨ 100 into 360। ਸੋ ਉਰੇ ਪਰਸੈਂਟੇਜ ਕਿੰਨੀ ਹੈ 20.9 ਡਾਇਗਰਾਮੈਟਿਕ ਟੈਸਟ ਦੀ। ਸੋ 20.9 ਨੂੰ ਆਪਾਂ 209 ਲਿਖਾਂਗੇ, ਜਿਹੜਾ ਪੁਆਇੰਟ ਸੀ ਉਹਦਾ 10 ਨੀਚੇ ਆ ਜਾਊਗਾ, ਨੀਚੇ ਆਲਰੇਡੀ 100 ਹੈ। ਸੋ ਉਰੇ 3 ਜ਼ੀਰੋਆਂ into 360। ਸੋ ਜਦੋਂ ਹੁਣ ਆਪਾਂ ਇਹਨੂੰ ਸੋਲਵ ਕਰਾਂਗੇ, ਇਹਨੂੰ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਪਣੇ ਕੋਲ ਆ ਜਾਊਗਾ 75.24, ਜਿਹਨੂੰ ਆਪਾਂ 75.2 ਲਿਖ ਸਕਦੇ ਹਾਂ। ਆਪਸ਼ਨ 1। ਨੈਕਸਟ ਹੈ ਐਨਾਲੋਗੀ ਦਾ ਕੁਐਸਚਨ। ਕ੍ਰੌਪ ਦੀ ਫਰਟੀਲਿਟੀ ਵਧਾਉਣ ਦੇ ਲਈ, ਉਹਨੂੰ ਪੈਸਟ ਤੋਂ ਬਚਾਉਣ ਦੇ ਲਈ, ਡਿਸੀਜ਼ਸ ਤੋਂ ਉਹਦੀ ਪ੍ਰੋਪਰ ਗਰੋਥ ਦੇ ਲਈ ਆਪਾਂ ਫਰਟੀਲਾਈਜ਼ਰ ਦੀ ਵਰਤੋਂ ਕਰਦੇ ਹਾਂ। ਸੇਮ ਉਸੇ ਤਰੀਕੇ ਦੇ ਨਾਲ ਆਪਾਂ ਬਾਡੀ ਦੀ ਗਰੋਥ ਦੇ ਲਈ, ਸਟੇਬਿਲਿਟੀ ਦੇ ਲਈ, ਉਹਨੂੰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਟੌਨਿਕ ਦੀ ਵਰਤੋਂ ਕਰਦੇ ਹਾਂ। ਸੋ ਆਪਸ਼ਨ 4 ਰਾਈਟ ਰਿਲੇਸ਼ਨ ਇਸਟੈਬਲਿਸ਼ ਕਰ ਰਿਹਾ। ਅਗਲਾ ਕੁਐਸਚਨ ਹੈ ਸਟੇਟਮੈਂਟ ਤੇ ਕਨਕਲੂਜਨ ਦਾ। ਸੋ ਆਪਾਂ ਦੇਖ ਲੈਂਦੇ ਹਾਂ। ਸਮ ਵਾਈਲਡ ਲਾਈਫ ਆਰ ਰਿਜ਼ਰਵ, all lands are forest, some reserve are not forest, all land can never be reserve, all land
कैन नैवर बी रिजर्व। ये तो बिल्कुल गलत है क्योंकि ऑलरेडी क्वेश्चन दसता कि जिन्नियां लैंड ने वो फॉरेस्ट ने, पर ਇਹ नहीं कहा कि ਇਹ कदे भी रिजर्व नहीं हो सकदियां। हो सकता है उरे ਜਿਹੜੀ सिचुएशन है उरे जे ਆਪਾਂ ऑल फॉरेस्ट ਨੂੰ ਆਪਾਂ रिजर्व कर दईए ਤਾਂ लैंड भी सारी रिजर्व बन जूगी ਤੇ ਇਹਦੀ ਕੋਈ ਗੱਲ ਨਹੀਂ ਹੋ ਰਹੀ। ਇਹ ਸਟੇਟਮੈਂਟ ਇਹਦੇ ਉੱਤੇ ਸਾਇਲੈਂਟ ਹੈ, ਇਸ ਲਈ ਆਪਾਂ ਇਹ ਕੰਕਲੂਜਨ ਤਾਂ ਕੱਢ ਹੀ ਨਹੀਂ ਸਕਦੇ। ਅਗਲੀ ਹੈ ਸਮ ਰਿਜ਼ਰਵ ਆਰ ਫੋਰੈਸਟ। ਹੁਣ ਤੁਸੀਂ ਇਹਨੂੰ ਦੇਖ ਰਹੇ ਹੋ, ਇਹ ਪਿਆ ਫੋਰੈਸਟ, ਇਹ ਪਿਆ ਰਿਜ਼ਰਵ, ਸੋ ਕੋਈ ਇਹ ਰਿਲੇਸ਼ਨ ਨਹੀਂ ਬਣ ਰਿਹਾ। ਸਮ ਰਿਜ਼ਰਵ ਆਰ ਨਾਟ ਫੋਰੈਸਟ, ਸੋ ਨਨ ਫॉलो, ਦੋਨਾਂ ਚੋਂ ਕੋਈ ਵੀ ਕੰਕਲੂਜਨ ਸਹੀ नहीं है। अगला क्वेश्चन है, ग्राफ शोज द नंबर ऑफ कार्स सोल्ड बाय कंपनी XY ड्यूरिंग द गिवन 6 मंथ। ਆਪਾਂ ਨੇ ਦੱਸਣਾ ਹੈ ਕਿ ਕੰਪਨੀ X ਨੇ ਜਿਹੜੀ ਬਲੂ ਲਾਈਨ ਦੇ ਵਿੱਚ ਰਿਪਰੈਜ਼ੈਂਟ ਕਰ ਰਹੀ ਹੈ ਜੁਲਾਈ ਸਤੰਬਰ ਨਵੰਬਰ ਦੇ ਵਿੱਚ ਐਵਰੇਜ ਕਿੰਨੀਆਂ ਕਾਰਾਂ ਵੇਚੀਆਂ। ਸੋ ਜੁਲਾਈ ਵਿੱਚ 360 ਪਲੱਸ ਸਤੰਬਰ ਵਿੱਚ 520 ਪਲੱਸ ਨਵੰਬਰ ਦੇ ਵਿੱਚ ਕਿੰਨੀਆਂ ਨੇ 470। ਕਿੰਨੇ टाइम पीरियड के लिए 3 months, so average आप 3 ਦੇ ਨਾਲ डिवाइड करांगे, ਇਹਨਾਂ ਦਾ total divided by 3 that would be 450, option 1। नेक्स्ट है चार पेयर ने, ਆਪਾਂ ਨੇ ਦੱਸਣਾ ਕਿ ਕਿਹੜਾ पेयर ऑड है। इस टाइप ਦੇ क्वेश्चन ਆਪਾਂ ਇਸੇ ਸੀਰੀਜ਼ ਦੇ ਵਿੱਚ ਅੱਜ ਹੀ ਪਹਿਲਾਂ ਵੀ ਕੀਤੇ ਹੈ। ਸੋ ਉਰੇ ਕੀ ਹੈ, ਹੁਣ ਜੇ ਤੁਸੀਂ ਸਾਰੇ ਨੰਬਰਸ ਨੂੰ ਦੇਖੋ ਤਾਂ ਇਹ ਜਿਵੇਂ 15 ਤੇ 125 ਹੈ, ਇਹ 5 ਦੇ ਉੱਤੇ ਕੱਟਿਆ ਜਾਂਦਾ ਤੇ 5 3s ਦਾ ਬਣਦਾ 25, ਇਹ 2 ਦੇ ਉੱਤੇ ਕੱਟ ਹੋ ਰਿਹਾ 3 4, ਇਹ 3 ਦੇ ਉੱਤੇ 9। ਹੁਣ ਇਹ ਕਿਸੇ ਤੇ ਵੀ 18 3 ਤੇ ਨਹੀਂ ਕੱਟਿਆ ਜਾ ਰਿਹਾ, ਸੋ ਇਸੇ ਲਈ ਇਹ ਕੱਟਿਆ ਜਾ ਰਿਹਾ 1 ਤੇ 2 ਤੇ, ਸੋ ਇਹ ऑड ਹੋ ਜਾਂਦਾ। ਬਾਕੀ ਜਿਹੜੇ 3 ਤੇ ਪਹਿਲੇ ਕੱਟੇ ਜਾ ਰਹੇ ਨੇ ਇਹ ਸੇਮ ਨੇ, ਸੋ ਆਪਸ਼ਨ ਉਰੇ ऑड ਵਾਲਾ ਕਿਹੜਾ ਹੋ ਗਿਆ ਪੇਅਰ ਜਿਹੜਾ ਡਿਫਰੈਂਟ ਹੈ ਬਾਕੀਆਂ ਨਾਲੋਂ 2। ਫਾਈਂਡ ਦ ਮਿਸਿੰਗ ਲੈਟਰ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ JKL ਦਾ H ਦਾ ਸੌਰੀ ਇਹ 4 ਦਾ ਸਿੰਗਲ ਪੇਅਰ ਬਣ ਰਿਹਾ, ਫਿਰ ਡਬਲ, ਫਿਰ ਟ੍ਰਿਪਲ। So JKLH, JJKKLL, HHJJJKKK, triple H, option 3 is the right answer। एक फैमिली है, ਉਹਦੇ 6 ਮੈਂਬਰ ਨੇ, 3 ਜਨਰੇਸ਼ਨ ਵਿੱਚ ਡਿਵਾਈਡ ਕੀਤਾ ਹੋਇਆ ਹੈ। D is the P's grandmother। D ਕੌਣ ਹੈ? P ਦੀ grandmother, मतलब ਇਹ फीमेल होगी। V is the son and F is the daughter of D। F daughter है ते son है V। V is married to S ਤੇ ਉਹਨਾਂ ਦੀ ਇੱਕ ਬੇਟੀ ਹੈ F। F is the daughter of R। सॉरी उरे है कि ਉਹਨਾਂ ਦੀ ਇੱਕ ਬੇਟੀ ਹੈ F is the daughter of R। ਇਹਨਾਂ ਦੀ ਇੱਕ ਡਾਟਰ ਹੈ, ਉਰੇ ਫੁੱਲ ਸਟਾਪ ਹੈ, ਸੋ ਇਹ ਫੁੱਲ ਸਟਾਪ ਮੈਂ ਮਿਸ ਕਰਤਾ ਸੀ। ਸੋ ਇਹਨਾਂ ਦੀ ਇੱਕ ਡਾਟਰ ਹੈ, ਉਰੇ ਦੱਸਿਆ ਨਹੀਂ ਹੋਇਆ ਕਿ ਡਾਟਰ ਕੌਣ ਹੈ, ਪਰ ਉਰੇ ਆਪਾਂ ਨੂੰ ਕੁਐਸਚਨ 'ਚ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਕਿ D is P's grandmother। ਸੋ P ਕੌਣ ਹੈ? ਇਹਦੀ ਗ੍ਰੈਂਡ ਡਾਟਰ ਹੈ ਤੇ ਇਹਨਾਂ ਦੋਨਾਂ ਦੀ S ਤੇ V ਦੀ ਡਾਟਰ ਹੋਗੀ। F is daughter of R। F R ਦੀ ਡਾਟਰ ਹੈ। F ਕੌਣ ਸੀ? D ਦੀ ਬੇਟੀ। सो ए सी ग्रैंडमदर, मतलब ग्रैंड फादर भी आपां नूं पता लग गई आर। सो हुण इस पूरी फैमिली दे विच सिर्फ 2 मेल पर्सन ने ते अपनी जिहड़ी फिगर है बिल्कुल क्लीयर है। एक तां हो गए आर, दूजे हो गए वी। सो ये 2 मेल मैंबर ने, बाकी 4 फीमेल ने। हाउ इज आर रिलेटेड टू वी? आर ते वी दा की रिश्ता? वी बेटा है, सो आर कौन है? फादर, ऑप्शन 2। एक बारी मैं फिगर नूं दोबारा तुहानूं चंगी तरह रिपीट करके दस दिन्नी आ कि कौन किहड़ा रिलेशन च है। R ते D, grandfather, grandmother। V ਇਹਨਾਂ ਦਾ son ਹੈ ਤੇ ਉਰੇ S ਕੌਣ ਹੈ? daughter in law। ਇਹਨਾਂ ਦੋਨਾਂ ਦੀ ਬੇਟੀ ਹੈ P ਤੇ ਉਰੇ ਇਹਨਾਂ ਦੀ ਇੱਕ ਹੋਰ ਬੇਟੀ ਹੈ F, daughter R ਤੇ D। ਬਸ ਇਹ ਤੁਸੀਂ ਟੇਬਲ ਧਿਆਨ ਚ ਰੱਖਣਾ। ਅਗਲੀ ਐਨਾਲੋਜੀ ਬਹੁਤ ਹੀ ਸਿੰਪਲ ਜੀ ਹੈ। 8 परफेक्ट क्यूब है 512 ਦਾ, 11 परफेक्ट क्यूब है 1331 ਦਾ, ऑप्शन 3। 4 ਲੈਟਰ ਕਲਸਟਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ऑड ਹੈ, ਸੋ ਉਰੇ ऑड ਹੈ ऑप्शन 4 WSU। ਇਹ ਕਿਉਂ ऑड ਹੈ? ਕਿਉਂਕਿ ਉਰੇ ਜੇ ਤੁਸੀਂ ਰਿਲੇਸ਼ਨ ਦੇਖੋਗੇ ਤਾਂ ਅੱਗੇ ਨੂੰ ਇੱਕ ਛੱਡ ਕੇ, ਪਿੱਛੇ ਨੂੰ ਇੱਕ ਛੱਡ ਕੇ ਇਸ ਟਾਈਪ ਦੇ ਨਾਲ ਰਿਲੇਸ਼ਨ ਬਣਾਇਆ ਹੋਇਆ ਅਲਫਾਬੈਟਿਕਲੀ
WSU उरे ऑड है, ऑप्शन 4 इज द राइट आंसर। नैक्सट जिहड़ा क्वेश्चन है ये थोड़ा डिटेल्ड कैलकुलेटिव क्वेश्चन है, इहदी मैं तुहानूं प्रॉपर सारी कैलकुलेशन करके दिखाऊंगी। पहले एक बार आपां क्वेश्चन देख लैंदे आ। पाई चार्ट आ, इहदे विच 5 सालां दी कंपनी दी सेल दसी होई आ। जे टोटल सेल 5 सालां दी 50 ਲੱਖ आ ਤਾਂ 50 ਲੱਖ ਦਾ 28% ਜਿਵੇਂ 2003 15 2002, ਸੋ ਇਸ ਤਰੀਕੇ ਨਾਲ ਅਲੱਗ-ਅਲੱਗ ਸਾਲਾਂ ਦੀ ਅਲੱਗ-ਅਲੱਗ ਪਰਸੈਂਟੇਜ ਦੱਸੀ ਹੋਈ ਆ। ਉਰੇ ਆਪਾਂ ਨੂੰ ਫਾਰਮੂਲਾ ਵੀ ਦੱਸਦਾ ਵੀ ਸੇਲ ਕਿਵੇਂ ਕੱਢਣੀ ਆ, ਟੋਟਲ ਐਕਸਪੈਂਡੀਚਰ ਚੋਂ ਪ੍ਰੋਫਿਟ ਪਲੱਸ ਕਰਕੇ ਪ੍ਰੋਫਿਟ ਪਰਸੈਂਟ ਦਾ ਫਾਰਮੂਲਾ ਦੱਸਦਾ। ਕੁਐਸਚਨ ਹੈ ਜੇ ਕੰਪਨੀ ਦਾ ਪ੍ਰੋਫਿਟ 2001 ਵਿੱਚ 10% ਸੀ, ਸੋ ਇਹ ਤਾਂ ਹੈ ਟੋਟਲ ਸੇਲ। 2001 ਚ ਪ੍ਰੋਫਿਟ 10 ਸੀ, 2002 ਚ 25%, 2003 ਚ 40%। ਟੋਟਲ ਐਕਸਪੈਂਡੀਚਰ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਇਹਨਾਂ ਤਿੰਨਾਂ ਸਾਲਾਂ ਦਾ ਇਕੱਠਾ। ਰਾਈਟ ਆਨਸਰ ਹੈ ਆਪਸ਼ਨ 3 26 ਲੱਖ। ਹੁਣ ਆਪਾਂ ਅੱਗੇ ਸੋਲਵ ਕਰਦੇ ਹਾਂ ਕਿ 26 ਲੱਖ ਆਇਆ ਕਿਵੇਂ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। क्वेश्चन ਦੇ ਵਿੱਚ ਫਾਰਮੂਲਾ ਦੱਸਿਆ ਹੋਇਆ ਸੇਲ ਇਜ਼ ਇਕੁਅਲ ਟੂ ਐਕਸਪੈਂਡੀਚਰ ਪਲੱਸ ਪ੍ਰੋਫਿਟ। ਸੋ ਆਪਾਂ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਐਕਸਪੈਂਡੀਚਰ ਇਜ਼ ਇਕੁਅਲ ਟੂ ਸੇਲ ਮਾਈਨਸ ਪ੍ਰੋਫਿਟ। ਠੀਕ ਹੈ, 2001 ਦੇ ਵਿੱਚ ਪ੍ਰੋਫਿਟ ਪਰਸੈਂਟ ਕਿੰਨਾ ਸੀ? ਪ੍ਰੋਫਿਟ ਪਰਸੈਂਟ ਸੀ 10% ਤੇ ਇਹਦਾ ਫਾਰਮੂਲਾ ਆਪਾਂ ਨੂੰ ਦੱਸਿਆ ਹੋਇਆ ਹੈ ਪ੍ਰੋਫਿਟ ਅਪੋਨ ਐਕਸਪੈਂਡੀਚਰ ਇਨਟੂ 100। ਸੋ P ਅਪੋਨ E ਕਿੰਨਾ ਆ ਗਿਆ? ਉਰੇ ਆਪਣੇ ਕੋਲ ਜਦੋਂ ਆਪਾਂ ਕੱਟ ਕਰਾਂਗੇ ਤਾਂ P ਅਪੋਨ 1/10। ਸੋ ਇਹ 10 ਇੱਧਰ ਚਲਾ ਜਾਊਗਾ 1/10। ਹੁਣ ਆਪਾਂ P ਅਪੋਨ E ਕਿੰਨਾ ਹੈ? 1/10। ਹੁਣ ਆਪਾਂ P ਨੂੰ ਕਿੰਨਾ ਲਿਖ ਸਕਦੇ ਹਾਂ? E/10। ਹੁਣ ਜਿਹੜਾ ਇਹ ਫਾਰਮੂਲਾ ਹੈ ਇਹਦੇ ਵਿੱਚ ਜਦੋਂ ਆਪਾਂ P ਦੀ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ? ਐਕਸਪੈਂਡੀਚਰ ਇਜ਼ ਇਕੁਅਲ ਟੂ ਸੇਲ ਕਿੰਨੀ ਹੈ? 2001 ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ, ਫਿਰ ਆਪਾਂ 2002 ਦਾ ਦੇਖਾਂਗੇ, ਫਿਰ 2003 ਦਾ। ਹੁਣ ਸੇਲ ਆਪਾਂ ਨੂੰ ਪਾਈ ਚਾਰਟ ਦੇ ਵਿੱਚ ਪਰਸੈਂਟੇਜ ਦੱਸੀ ਹੋਈ ਹੈ 50 ਲੱਖ ਦੀ 22% ਹੈ 2001 ਚ ਜਿਹੜੀ ਸੇਲ ਹੋਈ ਹੈ। ਸੋ 50 ਲੱਖ ਦੀ 22% ਹੋਗੀ 11 ਲੱਖ ਮਾਈਨਸ P ਦੀ ਜਗ੍ਹਾ ਤੇ ਕੀ ਆ ਗਿਆ? E/10। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਉਰੇ E ਆ ਜਾਊਗਾ 10 ਲੱਖ। ਸੋ 2001 ਦਾ ਐਕਸਪੈਂਡੀਚਰ ਕਿੰਨਾ ਆ ਗਿਆ? 10 ਲੱਖ। ਸਿਮਿਲਰਲੀ ਜਦੋਂ ਆਪਾਂ 2002 ਦਾ ਕਰਾਂਗੇ ਤਾਂ ਉਹ ਆ ਜਾਊਗਾ 6 ਲੱਖ, 2003 ਦਾ ਕਰਾਂਗੇ ਤਾਂ ਆ ਜਾਊਗਾ 10 ਲੱਖ। ਸੋ ਟੋਟਲ ਹੋ ਗਿਆ 26 ਲੱਖ। ਉਰੇ ਹੁਣ ਟ੍ਰਿਕ ਕੀ ਹੈ? ਟ੍ਰਿਕ ਹੈ ਉਰੇ ਸਿੰਪਲੀ ਕਿ ਤੁਸੀਂ ਐਕਸਪੈਂਡੀਚਰ ਨੂੰ ਸਾਈਡ ਤੇ ਰੱਖ ਲੈਣਾ, ਫਿਰ ਤੁਸੀਂ ਇੱਕ ਕਾਮਨ ਵੈਲਿਊ ਨੂੰ ਹੀ ਕੱਢਣਾ। ਜੇ ਆਪਾਂ ਨੇ ਦੋਨੋਂ ਫਾਰਮੂਲੇ ਦੇ ਵਿੱਚੋਂ ਐਕਸਪੈਂਡੀਚਰ ਨੂੰ ਕੱਢ ਲਿਆ ਤਾਂ ਆਪਣਾ ਆਨਸਰ ਆ ਜਾਊਗਾ। ਸਿੰਪਲੀ ਤੁਸੀਂ ਬਸ ਸਟੈਪ ਬਾय ਸਟੈਪ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਕੋਈ ਵੀ ਕੁਐਸਚਨ ਡਿਫਿਕਲਟ ਨਹੀਂ ਹੁੰਦਾ, ਇੰਪੋਸੀਬਲ ਨਹੀਂ ਹੁੰਦਾ। ਤੁਸੀਂ ਬਸ ਇਹ ਪਹਿਚਾਨਣਾ ਕਿ ਕੁਐਸਚਨ ਦੇ ਵਿੱਚ ਮੇਨ ਗੱਲ ਕੀ ਕਰੀ ਗਈ ਹੈ। ਜਿਵੇਂ ਆਪਾਂ ਨੂੰ ਉਰੇ ਪਤਾ ਲੱਗ ਗਿਆ ਸੀ ਕਿ ਕੁਐਸਚਨ ਦੇ ਵਿੱਚ ਜੇ ਸਪੈਸ਼ਲੀ ਦੋ ਫਾਰਮੂਲੇ ਆਲਰੇਡੀ ਮੈਂਸ਼ਨ ਨੇ ਤਾਂ ਮਤਲਬ ਕੁਐਸਚਨ ਦਾ ਸੋਲੂਸ਼ਨ ਸਾਰਾ ਉਹਨਾਂ ਫਾਰਮੂਲਿਆਂ ਦੇ ਆਲੇ ਦੁਆਲੇ ਹੀ ਘੁੰਮੂਗਾ। ਨੈਕਸਟ 34 ਕੁਐਸਚਨ, ਇਫ ਮੋਨੂ ਇਜ਼ ਟੁਵਰਡਸ ਦ ਵੈਸਟ ਆਫ ਕਿਸ਼ੋਰ, ਕਿਸ਼ੋਰ ਦੇ ਵੈਸਟ ਤੇ ਹੈ ਮੋਨੂ, वेदांत is towards the south of Kishore, south ਵੱਲ ਹੈ वेदांत, श्याम is towards south of वेदांत, वेदांत ਦੇ ਅੱਗੇ south ਵੱਲ ਹੈ श्याम, ਨੀਚੇ ਨੂੰ। in which direction is Monu with respect to, ਨੀਚੇ ਨੂੰ ਹੈ। ਸੋ ਮੋਨੂ ਹੈ ਇਹਦੇ north west, ਉੱਪਰ ਨੂੰ ਕੀ ਹੁੰਦਾ north ਤੇ ਇਸ ਸਾਈਡ ਨੂੰ ਕੀ ਚਲਾ ਗਿਆ west। ਸੋ श्याम ਤੋਂ ਮੋਨੂ ਹੈ north west, option 3। ਅਗਲਾ ਕੁਐਸਚਨ ਹੈ ਕਿ ਇਸ ਸੀਰੀਜ਼ ਦੇ ਵਿੱਚ ਅਗਲੀ ਫਿਗਰ ਕਿਹੜੀ ਆ ਰਹੀ ਹੈ? ਸੋ option 2 is the right answer। ਜੇ ਤੁਸੀਂ ਦੇਖੋਗੇ ਇਸ ਫਿਗਰ ਦੀ ਜਿਹੜੀ ਪੋਜੀਸ਼ਨ ਹੈ ਉਹ ਕਿਵੇਂ ਚੇਂਜ ਹੋ ਰਹੀ ਹੈ। ਜਿਹੜਾ ਵੱਡਾ ਐਰੋ ਹੈ, ਛੋਟਾ ਐਰੋ ਹੈ, ਤੁਸੀਂ ਇਹਦਾ ਡਿਫਰੈਂਸ ਸਮਝਣਾ। ਇਹ ਨੀਚੇ ਨੂੰ ਹੈ, ਇਹ ਉੱਪਰ ਨੂੰ ਚਲਾ ਜਾਊਗਾ। ਵੱਡਾ ਐਰੋ ਲੈਫਟ ਸਾਈਡ ਤੇ ਹੈ, ਰਾਈਟ ਸਾਈਡ ਤੇ ਚਲਾ ਜਾਊਗਾ। ਜਿਵੇਂ ਉਰੇ ਪਹਿਲੀਆਂ ਦੋ ਫਿਗਰਸ ਚੇਂਜ ਹੋਈ ਹੈ, ਸਿਮਿਲਰਲੀ ਇਸ ਫਿਗਰ ਦੇ ਵਿੱਚ ਵੀ ਉਹੀ ਚੇਂਜ ਹੋਊਗੀ। ਅਗਲਾ ਕੁਐਸਚਨ ਹੈ 36। ऑड वर्ड ਆਪਾਂ ਨੇ ਦੱਸਣਾ ਹੈ। ਇਹਨਾਂ ਸਾਰਿਆਂ ਦੇ ਵਿੱਚੋਂ ऑड वर्ड ਹੈ ਆਪਸ਼ਨ 2, ਕਿਉਂਕਿ ਬਾਕੀ ਮਿਲੀਨੀਅਮ, ਡੈਕੇਡ, ਸੈਂਚੁਰੀ ਇਹ ਵੱਡੇ ਲੌਂਗਰ ਪੀਰੀਅਡਸ ਨੂੰ ਡਿਫਾਈਨ ਕਰ ਰਹੇ ਨੇ। ਖੁਦ ਜਿਹੜਾ ਪੀਰੀਅਡ ਹੈ ਇਹ ਕੋਈ ਪ੍ਰੋਪਰ ਉਰੇ ਆਪਾਂ ਸੈਂਚੁਰੀ ਜਿਵੇਂ 100 ਹੁੰਦੀ ਹੈ, ਡਿਕੇਡ ਹੁੰਦਾ ਹੈ 10, ਉਸ ਤਰੀਕੇ ਦੇ ਨਾਲ ਕੋਈ ਪ੍ਰੋਪਰ ਫਿਗਰ ਨਿਊਮੈਰਿਕ ਟਰਮ ਨੂੰ ਐਕਸਪਲੇਨ ਨਹੀਂ ਕਰਦੀ। ਪੀਰੀਅਡ ਕੋਈ ਵੀ ਪੀਰੀਅਡ ਹੋ ਸਕਦਾ ਹੈ। ਅਗਲਾ ਕੁਐਸਚਨ ਹੈ ਬਾਰ ਗ੍ਰਾਫ ਦਾ, ਬਹੁਤ ਹੀ ਸਿੰਪਲ ਜਿਹਾ, ਕਿੰਨੇ परसेंट ऑलरेडी परसेंटेज ਦੇ ਵਿੱਚ ਹੈ ਕਿਉਂਕਿ ਇਹ ਸਾਰੀ ਪੋਪੂਲੇਸ਼ਨ ਇਸ ਲਈ ਆਪਾਂ ਨੂੰ ਕੋਈ ਜ਼ਿਆਦਾ ਉਰੇ
कॉम्प्लीकेटेड, टेक्निकलिटीज विच जाण की जरूरत नहीं, कोई कैलकुलेशन करने की जरूरत नहीं। किन्ने परसेंट पॉपूलेशन च वाधा होया 2002 तो 2003? सो 2002 तो 3, 35 तो 41.6, 5 माइनस 35 कितना हो गया 6.5, ऑप्शन 4। चूज द ऑड लेटर ग्रुप, ये सारे 5 ग्रुप्स ने। ऑड लेटर ग्रुप केड़ा? इन्हां चो ऑड है CIL, ऑप्शन 3, क्योंकि जदों आपां इन्हां दा सम कर रहे हैं एल्फाबैटिकली भी B 2 ते आंदा, दैन S केड़ी पोजीशन ते आंदा 19 ते 20, जो इन्हां दा आपस विच आपां टोटल कर रहे हैं तो वो कुछ इस तरीके दे नाल बन रहा है। जिहड़ा CIL है ਇਹਦਾ टोटल बन रहा है 24, बहुत ही रैंडम। उरे 5 प्लस हो रहा है, उरे 6 माइनस हो रहा है, सो उरे भी जिहड़ा अगे जाके परफेक्ट वर्ड होना चाहिए वो किते ना किते +6 वाला होना चाहिए, जिहदा टोटल बनदा होवे 52। सो फिर ही ये सही सीरीज पूरी कंप्लीट हुंदी आ, इसलिए CIL गलत है, ऑप्शन 2। नेक्स्ट है बार ग्राफ। टोटल इंपोर्ट ऑफ ऑल 5 मेटल इन 2015, सो 2015 मतलब रेड वाला, ऑल 5 मेटल, what percent more than total import in 2010? सो ਇਹਦੇ ਲਈ ਹੁਣ ਆਪਾਂ ਨੇ ਕੀ ਕਰਨਾ ਹੈ, ਸਿੰਪਲੀ ਐਡ ਕਰ ਲੈਣਾ ਜਿੰਨਾ ਪੰਜਾਂ ਦਾ ਟੋਟਲ 2015 ਦੇ ਵਿੱਚ ਇੰਪੋਰਟ ਹੋਇਆ, ਜਿੰਨਾ 2010 ਦੇ ਵਿੱਚ ਇੰਪੋਰਟ ਹੋਇਆ। ਸੋ 2015 ਤੇ 10 ਨੂੰ ਜੋ ਆਪਾਂ ਡਿਵਾਈਡ ਕਰਾਂਗੇ, ਪਹਿਲਾਂ ਤਾਂ 2015 ਦਾ 240 ਬਣ ਰਿਹਾ ਤੇ 2010 ਦਾ ਬਣ ਰਿਹਾ 210। मोर कितना है, ज्यादा कितना है 30, डिवाइड बाय 210 मल्टीप्लाई बाय 100। 210 क्यों? क्योंकि मैं तुहानू पहला भी दस्सिया सी पिछे भी क्वेश्चन कि ट्रिक की है, जेड़ी चीज बाद विच है, बाद विच की है 2010 ते टोटल इंपोर्ट, सो वो आप उरे लिखांगे इनटू 100, जदों कट करांगे तो ये आ जाऊगा 14.28%, ऑप्शन 4। अगला क्वेश्चन है, जे M26 है, गेट 64 रोल किदे बराबर होगा? सो M26 26 किवें बनिया 13 गुणा 2, गेट 64 64 किवें बनिया, गेट G दी की पोजीशन हुंदी है 7वें नंबर ते, उरे M दी की पोजीशन हुंदी है 13। जदों आपां अल्फाबेट च देखदे हां, ABC विच देखदे हां, सो G आउंदी है 7वें नंबर ते, 17 × 2, E आउंदी है 5वें नंबर ते, 15 × 2, T आउंदी है उस तो बाद 20वें नंबर ते, 20 × 2। हुण इन्हां नूं आपां टोटल करांगे 14 10 44, सॉरी 40, कितना बन गया 64। हुण रोल R किन्नवें नंबर ते आउंदा 18 × 2 36, देन O आउंदा 15वें नंबर ते 30, L आउंदा 12वें नंबर ते 24 ते E आउंदा 5वें नंबर ते। इन्हां सारियां दा आपां टोटल करांगे बनूगा 100, ऑप्शन 2। अगला क्वेश्चन है, 5 मोबाइल ने नोकिया, सैमसंग, then Apple, Motorola, HTC, ਉਹਨਾਂ ਨੂੰ ਇੱਕ ਰੋ ਦੇ ਵਿੱਚ ਲਗਾਉਣਾ 1 2 3 4 5 ਲੈਫਟ ਟੂ ਰਾਈਟ। ਹੁਣ ਇਹਨਾਂ ਆਰਡਰ ਦੇ ਵਿੱਚ ਲਗਾਉਣ ਦੇ ਲਈ ਕੁਝ ਆਪਾਂ ਨੂੰ ਕੰਡੀਸ਼ਨਸ ਦੱਸੀਆਂ ਹੋਈਆਂ ਨੇ। ਸੋ ਇਹ ਹੋ ਗਿਆ 1 2 3 4 5। ਹੁਣ ਜਦੋਂ ਆਪਾਂ ਕੰਡੀਸ਼ਨਸ ਦੇ ਅਕੋਰਡਿੰਗ ਦੇਖਦੇ ਆ ਕਿ ਨੋਕੀਆ ਤੀਜੇ ਨੰਬਰ ਤੇ ਨਹੀਂ ਆ ਸਕਦਾ, टोटल किन्ने आपां तरीके दे नाल डिस्प्ले कर सकते हैं मोबाइल्स नूं, सो टोटल आपां 8 तरीके नाल डिस्प्ले कर सकते हैं, ऑप्शन 3। अगला क्वेश्चन है, इफ तनु इज टू द साउथ ऑफ छोटू, छोटू दे साउथ वाल है तनु, एंड रजत इज टू द ईस्ट ऑफ छोटू, रजत छोटू दे ईस्ट वाल है, तां तनु रजत तो केड़ी पोजीशन विच है? जे इस तरीके नूं जाइए तो रजत दे वैस्ट तो साउथ वाल नूं आपां जा रहे हां नीचे नूं, सो साउथ वैस्ट वाल है तनु रजत तो, ऑप्शन 1। नैक्सट आपां ने दसना है कि इन्हां दे विचों सीरीज च अगे किहड़ी फिगर आनी चाहिदी है। सो अगे दोबारा तो जिहड़ी फर्स्ट फिगर है यही रिपीट करूगी, क्योंकि उरे हर डायरैक्शन दे विच जदों आपां देखदे हां तां कंप्लीट हो रहा है ते बाकी जिहड़ियां फिगर्स ने ये बिल्कुल भी सही इन्हां नूं डिपिक्ट नहीं कर रही, इसलिए ऑप्शन 4 इहदा राइट आंसर है। अगला दोबारा स्टेटमेंट कंक्लूजन का क्वेश्चन है, कुछ लिक्विड सॉलिड ने, कुछ सॉलिड गैसेस है, सारियां गैसेस नेचर है, कोई भी नेचर ओशियन नहीं है। सम सॉलिड्स आर नेचर, बिल्कुल सही है। सम ओशियंस आर गैसेस,
ਸੋ ਸਮ ਓਸ਼ਨਸ ਆਰ ਗੈਸਸ, ਇਹ ਕੋਈ ਵੀ ਉਰੇ ਡਿਪਿਕਟ ਨਹੀਂ ਹੋ ਰਿਹਾ ਕਿਉਂਕਿ ਓਸ਼ਨ ਬਿਲਕੁਲ ਅਲੱਗ ਤੋਂ ਆ। ਓਸ਼ਨ ਤੇ ਗੈਸ ਦੇ ਰਿਲੇਸ਼ਨ ਬਾਰੇ ਕੋਈ ਵੀ ਸਟੇਟਮੈਂਟ ਨਹੀਂ ਹੈ, ਇਸੇ ਲਈ ਆਪਾਂ ਇਹ ਕਨਕਲੂਜਨ ਆਪਣੇ ਆਪ ਨਹੀਂ ਕੱਢਾਂਗੇ। ਸਮ ਓਸ਼ਨ ਬੀਇੰਗ ਸੋਲਿਡ ਇਜ਼ ਅ ਪੋਸਿबिलिटी, ਇੱਕ ਪੋਸਿबिलिटी कहती कि शायद हो सकदा कि कुछ ओशियन सॉलिड हो सकदा ਉਹ ਹਿੱਸੇ ਦੇ ਵਿੱਚ ਹੋਣ ਜਿਹੜੇ ਗੈਸ ਨਹੀਂ ਹੈ, ਕਿਉਂਕਿ ਕੁਐਸਚਨ 'ਚ ਆਪਾਂ ਨੂੰ ਪਹਿਲਾਂ ਕਹਿਤਾ ਕਿ ਕੋਈ ਵੀ ਜਿਹੜੀ ਨੇਚਰ ਹੈ ਉਹ ਓਸ਼ਨ ਨਹੀਂ ਹੈ। ਸੋ ਇਸ ਗੈਸ ਤੋਂ ਬਾਹਰ ਜਿਹੜੀ ਨੇਚਰ ਵਾਲਾ ਹਿੱਸਾ ਸੋਲਿਡ ਦੇ ਵਿੱਚ ਜਾ ਰਿਹਾ ਹੈ, ਉਸ ਤੋਂ ਇਲਾਵਾ ਜੇ ਬਾਕੀ ਕਿਸੇ ਹਿੱਸੇ ਦੇ ਵਿੱਚ ਓਸ਼ਨ ਆ ਰਿਹਾ ਹੈ ਤਾਂ ਹੋ ਸਕਦਾ ਹੈ ਇਹ ਪੋਸਿबिलिटी ਹੈ that some ocean being a solid। ਸੋ ਇਸੇ ਲਈ ਫਰਸਟ ਤੇ ਥਰਡ ਕੰਕਲੂਜਨ ਸਹੀ ਹੈ, ਆਪਸ਼ਨ 1 is the right answer। ਨੈਕਸਟ ਲੀਗਲ ਰੀਜ਼ਨਿੰਗ ਦੇ ਨਾਲ ਰਿਲੇਟਡ 5 ਕੁਐਸਚਨ ਨੇ, ਕੰਪਰੀਹੈਂਸ਼ਨ ਪੈਸੇਜ ਬੇਸਡ ਹੈ ਤੇ ਇਹ ਹਿੰਦੂ ਮੈਰਿਜ ਐਕਟ 1955 ਦੇ ਵਿੱਚੋਂ ਕੁਐਸਚਨ ਲਏ ਗਏ ਨੇ। ਸਭ ਤੋਂ ਪਹਿਲਾਂ ਆਪਾਂ ਕੁਐਸਚਨ ਪੜ੍ਹ ਲੈਂਦੇ ਆ, ਕਿਹੜੀ ਕਮਿਊਨਿਟੀ ਹੈ ਜਿਹੜੀ ਹਿੰਦੂ ਮੈਰਿਜ ਐਕਟ ਗਵਰਨ ਨਹੀਂ ਕਰਦਾ। ਸੋ ਉਹ ਕਮਿਊਨਿਟੀ ਇਸ ਸੈਕੰਡ ਲਾਈਨ ਦੇ ਵਿੱਚ ਆਨਸਰ ਦੱਸਿਆ ਹੋਇਆ ਹੈ ਕਿ ਇਹ ਐਕਟ ਕਿਹਦੇ ਉੱਤੇ ਲਾਗੂ ਹੁੰਦਾ। ਇਹ ਐਕਟ ਲਾਗੂ ਹੁੰਦਾ ਹਿੰਦੂ, ਜੈਨ, ਸਿੱਖ, ਬੁੱਧਿਸਟ ਉੱਤੇ ਐਂਡ ਨਾਟ ਕਿਹਦੇ ਉੱਤੇ ਨਹੀਂ ਲਾਗੂ ਹੁੰਦਾ, ਮੁਸਲਿਮ, ਕ੍ਰਿਸਚਨ, ਪਾਰਸੀ, ਜੂ। ਸੋ ਇਹਨਾਂ ਚਾਰਾਂ ਦੇ ਵਿੱਚੋਂ ਆਪਸ਼ਨ ਦੇ ਵਿੱਚ ਪਾਰਸੀ ਗਿਵਨ ਆ, ਸੋ ਆਪਸ਼ਨ 1 ਰਾਈਟ ਆਨਸਰ ਹੋ ਗਿਆ ਕਿ ਕਿਹੜੀ ਕਮਿਊਨਿਟੀ ਗਵਰਨ ਨਹੀਂ ਕਰਦਾ ਹਿੰਦੂ ਲਾਅ। ਜੈਨ, ਬੁੱਧਿਸਟ, ਸਿੱਖ ਇਹ ਤਿੰਨਾਂ ਦੇ ਉੱਤੇ ਹਿੰਦੂ ਲਾਅ ਅਪਲਾਈ ਹੁੰਦਾ ਹੈ। What is the minimum amount of days required to file petition for a divorce? ਸੋ ਇਹ ਸਾਰੇ ਆਨਸਰ ਤੁਹਾਨੂੰ ਪੈਰਾਗ੍ਰਾਫ 'ਚ ਮਿਲ ਜਾਣਗੇ। ਘੱਟੋ ਘੱਟ ਡਿਵੋਰਸ ਫਾਈਲ ਕਰਨ ਦੇ ਲਈ ਹਿੰਦੂ ਮੈਰਿਜ ਐਕਟ ਦੇ ਅੰਦਰ ਜਿਹੜੀ ਪਟੀਸ਼ਨ ਦੇ ਡੇਜ਼ ਨੇ ਉਹ ਹੈ 1 ਸਾਲ ਦੇ ਲਈ ਅਲੱਗ-ਅਲੱਗ ਰਹਿਣਾ ਪਊਗਾ ਹਸਬੈਂਡ ਵਾਈਫ ਨੂੰ, ਫਿਰ ਉਹ ਤਲਾਕ ਦੇ ਲਈ ਪਟੀਸ਼ਨ ਦਾਖਲ ਕਰ ਸਕਦੇ ਨੇ। ਸੋ ਆਪਸ਼ਨ 1 is the right answer। ਇਹਨਾਂ ਚਾਰਾਂ ਦੇ ਵਿੱਚੋਂ ਡਿਵੋਰਸ ਦਾ ਸਹੀ ਗਰਾਊਂਡ ਕੀ ਹੈ? ਜੇ ਕਿਸੇ ਨੇ ਹਸਬੈਂਡ ਜਾਂ ਵਾਈਫ ਚੋਂ ਕਿਸੇ ਨੇ ਵੀ ਆਪਣਾ ਧਰਮ ਪਰਿਵਰਤਨ ਕਰ ਲਿਆ ਤਾਂ ਉਹ ਤਲਾਕ ਲੈਣ ਦਾ ਇੱਕ ਸਹੀ ਵਾਜਿਬ ਗਰਾਊਂਡ ਹੁੰਦਾ ਹੈ। ਆਪਸ਼ਨ 1 is the right answer। ਨੈਕਸਟ ਕਿਹੜਾ ਗਰਾਊਂਡ ਨਹੀਂ ਹੈ ਡਿਵੋਰਸ ਦਾ? ਉਹ ਹੈ ਆਪਸ਼ਨ 3। ਵਾਈਫ ਹੈਜ਼ ਮੇਡ ਅ ਹੈਬਿਟ ਆਫ ਅਬਿਊਜ਼ਿੰਗ ਦ ਹਸਬੈਂਡ ਇਨ ਪਬਲਿਕ। ਵਾਈਫ ਦੀ ਜੇ ਇੱਕ ਆਦਤ ਬਣ ਜਾਵੇ ਕਿ ਉਹ ਪਬਲਿਕਲੀ ਆਪਣੇ ਰਿਸ਼ਤੇਦਾਰਾਂ ਸਾਹਮਣੇ, ਕਲੋਨੀ ਦੇ ਵਿੱਚ, ਨੇਬਰਸ ਦੇ ਸਾਹਮਣੇ ਹਸਬੈਂਡ ਨੂੰ ਅਬਿਊਜ਼ ਕਰਦੀ ਹੈ ਤਾਂ ਉਹ ਐਜ਼ ਸੱਚ ਡਾਇਰੈਕਟਲੀ ਡਿਵੋਰਸ ਦਾ ਕਾਰਨ ਨਹੀਂ ਹੈ। ਹਾਂ, ਪਰ ਜੇ ਉਹਦੇ ਨਾਲ ਹਸਬੈਂਡ ਨੂੰ ਡਾਇਰੈਕਟਲੀ ਕ੍ਰੂਐਲਿਟੀ ਫੀਲ ਹੁੰਦੀ ਹੈ, ਮੈਂਟਲ, ਫਿਜ਼ੀਕਲ, ਫਿਰ ਉੱਥੇ ਕ੍ਰੂਐਲਿਟੀ ਦੇ ਆਧਾਰ ਉੱਤੇ ਡਿਵੋਰਸ ਫਾਈਲ ਕੀਤਾ ਜਾ ਸਕਦਾ ਹੈ। ਪਰ ਹਿੰਦੂ ਮੈਰਿਜ ਐਕਟ ਦੇ ਅੰਦਰ ਇਹ ਜਿਹੜੀ ਸਟੇਟਮੈਂਟ ਹੈ ਇਹਨੂੰ ਗਰਾਊਂਡ ਨਹੀਂ ਮੰਨਿਆ ਗਿਆ। ਸੋ ਇਹ ਸੀ ਅੱਜ ਦਾ ਆਪਣਾ ਇੰਪੋਰਟੈਂਟ ਲੈਕਚਰ ਪਾਰਟ 5। ਥੈਂਕ ਯੂ ਐਂਡ ਗੁੱਡ ਲੱਕ।